ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਹਰਨੀ ਤੋਂ ਓਵਰਸੀਜ਼ ਪਾਥਵੇ ਐਜੂਕੇਸ਼ਨ ਜਲੰਧਰ ਤੋਂ। ਅੱਜ ਜਿਹੜੀ ਤੁਹਾਡੇ ਨਾਲ ਲਾਈਵ ਹੋਣ ਦਾ ਮੇਰਾ ਮੋਟਿਵ ਸੀ, ਟੌਪਿਕ ਸੀ, ਦੈਟ ਇਜ਼ ਯੂਕੇ ਸਟੂਡੈਂਟ ਵੀਜ਼ਾ। ਯੂਕੇ ਸਟੂਡੈਂਟ ਵੀਜ਼ਾ, ਯੂਕੇ ਪੁਆਇੰਟ ਬੇਸ ਸਿਸਟਮ, ਯੂਕੇ ਇਮੀਗ੍ਰੇਸ਼ਨ, ਯੂਕੇ ਪਰਮਾਨੈਂਟ ਰੈਜ਼ੀਡੈਂਸੀ, ਯੂਕੇ ਟੀਅਰ 1, ਟੀਅਰ 2, ਟੀਅਰ 4, ਇਹਦੇ ਬਾਰੇ ਡਿਸਕਸ਼ਨ ਕਰਨੀ, ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਾ ਕਿ ਯੂਕੇ ਜਾਣਾ ਕਿਸ ਤਰ੍ਹਾਂ ਈਜ਼ੀ ਹੈਗਾ, ਕਿਸ ਤਰ੍ਹਾਂ ਪੋਸੀਬਲ ਹੈਗਾ, ਵਿਦਆਊਟ ਆਇਲਸ ਕਿਸ ਤਰ੍ਹਾਂ ਪੋਸੀਬਲ ਹੈਗਾ, ਉੱਥੇ ਵਰਕ ਪਰਮਿਟ PR ਲੈਣੀ ਕਿੱਦਾਂ ਸੌਖੀ ਹੈਗੀ ਆ। ਇਸ ਵੇਲੇ ਜਦੋਂ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜੇ ਬਾਰਡਰਸ ਇਸ ਵੇਲੇ ਖੁੱਲ੍ਹ ਰਹੇ ਆ, ਆਸਟ੍ਰੇਲੀਆ ਦਾ ਖੁੱਲ੍ਹ ਰਹੇ ਆ। ਆਸਟ੍ਰੇਲੀਆ ਤੋਂ ਬਾਅਦ ਚੋਂ ਨੈਕਸਟ ਬਾਰਡਰ ਜਿਹੜਾ ਹੈਗਾ ਉਹ ਯੂਕੇ ਸਟਾਰਟ ਕਰ ਰਿਹਾ। ਯੂਕੇ ਦੇ 8 ਜੂਨ ਤੋਂ, ਅੱਜ ਜਿਹੜੀ ਹੈਗੀ ਆ 5 ਤਰੀਕ ਹੋ ਗਈ ਆ, 8 ਜੂਨ ਤੋਂ ਯੂਕੇ ਦੇ ਸਾਰੇ ਬਾਰਡਰ ਜਿਹੜੇ ਹੈਗੇ ਆ ਓਪਨ ਹੋ ਰਹੇ ਆ। ਔਰ ਜਿਵੇਂ ਕਿ ਇੰਡੀਆ ਨੇ ਵੀ ਆਪਣੇ ਬਾਰਡਰਸ ਜਿਹੜੇ ਹੈਗੇ ਆ, ਜਿਹੜੀ ਮਿਨਿਸਟਰੀ ਨੇ ਇਹ ਗੱਲ ਕਹਿਤੀ, ਐਵੀਏਸ਼ਨ ਮਿਨਿਸਟਰੀ ਨੇ ਵੀ, ਕਿ ਅਸੀਂ ਜਿਹੜੀ 에ਅਰਲਾਈਨਸ ਹੈਗੀਆਂ, ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਹੈ, ਉਹ ਅਸੀਂ ਸਟਾਰਟ ਕਰ ਰਹੇ ਹਾਂ ਜਿਹੜੀ ਮਿਡ ਆਫ ਜੁਲਾਈ ਤੋਂ, ਮਤਲਬ 10 ਜੁਲਾਈ ਤੋਂ ਔਨਵਰਡ ਆਲਮੋਸਟ ਇੰਟਰਨੈਸ਼ਨਲ ਫਲਾਈਟਸ ਵੀ ਸ਼ੁਰੂ ਹੋ ਜਾਣਗੀਆਂ। ਸੋ ਕਿੱਦਾਂ ਹੋਏਗਾ, ਕੀ ਸਾਰਾ ਕੁਝ ਹੋਏਗਾ, ਕੀ ਪ੍ਰੋਸੈਸ ਹੋਏਗਾ, ਆਪਾਂ ਨੂੰ ਅਪਲਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਜਿਹੜੇ ਫੋਰਨ ਜਾਣ ਦੇ ਇੱਛੁਕ ਹੈਗੇ ਆ ਸਟੂਡੈਂਟਸ, ਯੂਕੇ ਨੇ ਜਦੋਂ ਪਿਛਲਾ ਸਟਾਰਟ ਵੀ ਕੀਤਾ, ਜਿਹੜੇ ਬੱਚੇ ਯੂਕੇ ਗਏ ਆ, ਈਵਨ ਸਪਾਊਸ ਕੇਸ ਤੇ ਯੂਕੇ ਗਏ ਆ, ਇਹਦੇ ਸਾਰਿਆਂ ਦੇ ਵਿੱਚ ਦੇ ਆਲ ਕੋਈ ਇੱਕ ਬੱਚਾ ਵੀ ਯੂਕੇ ਤੋਂ ਇਹ ਕਹਿ ਕੇ ਵਾਪਸ ਨਹੀਂ ਆਇਆ ਕਿ ਅਸੀਂ ਕੋਵਿਡ ਤੇ ਉੱਥੇ ਫਸੇ ਹੋਏ ਆ, ਸਾਨੂੰ ਕੋਈ ਪਰੇਸ਼ਾਨੀ ਹੈ ਕਿਸੇ ਵੀ ਤਰ੍ਹਾਂ ਦੀ। ਸੋ ਦੋਸਤੋ, ਯੂਕੇ ਬਹੁਤ ਲੁਕਰੇਟਿਵ ਇਸ ਵੇਲੇ ਆਫਰਸ ਦੇ ਰਿਹਾ, ਸਕਾਲਰਸ਼ਿਪਸ ਦੇ ਰਿਹਾ। ਆਪਾਂ ਉਹ ਸਾਰੀ ਗੱਲ ਕਰਾਂਗੇ ਅੱਜ, ਕਿਹੜੀ ਯੂਨੀਵਰਸਿਟੀ 'ਚ ਕਿਹੜੇ ਕੋਰਸਿਸ ਹੈ, ਸਕਾਲਰਸ਼ਿਪ ਕਿੱਥੇ ਚੱਲ ਰਹੀ ਹੈ, ਕਿਸ ਤਰ੍ਹਾਂ ਦੀ ਸਕਾਲਰਸ਼ਿਪ ਇਸ ਵੇਲੇ ਤੁਹਾਨੂੰ ਯੂਕੇ ਇਸ ਵੇਲੇ ਦੇ ਰਿਹਾ। ਫਿਰ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ, ਫੰਡ ਦੀ ਰਿਕੁਆਇਰਮੈਂਟ ਕੀ ਹੈ। ਯੂਨੀਵਰਸਿਟੀਜ਼ ਨੇ ਫੰਡ ਦੀ ਵੈਰੀਫਿਕੇਸ਼ਨ ਵੀ ਇਸ ਵੇਲੇ ਹੋਲਡ ਕੀਤੀ ਹੋਈ ਹੈ। ਕਈ ਯੂਨੀਵਰਸਿਟੀਜ਼ ਨੇ ਵਿਦਆਊਟ ਫੰਡ ਉਹ ਤੁਹਾਨੂੰ ਜਿਹੜੀ ਹੈਗੀ ਆ ਇਸ ਵੇਲੇ ਦੇ ਰਹੇ ਆ ਕਿ ਕੈਸ਼ ਲੈਟਰ ਜਿਹੜਾ ਹੈਗਾ ਵਿਦਆਊਟ ਫੰਡ, ਤੁਹਾਡੀ ਫੰਡ ਦੀ ਵੈਰੀਫਿਕੇਸ਼ਨ ਕਰਨ ਦੀ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਦੇ ਆਰ ਸਾਡੇ ਤੇ ਟਰਸਟ ਕਰਕੇ ਕਿ ਸਾਡੇ ਕੋਲ ਫੰਡ ਹੈਗੇ ਆ ਤੇ ਅਸੀਂ ਅਗਰ ਉਹਨਾਂ ਦੀ ਫੀਸ ਪੇ ਕਰ ਦਿੱਤੀ ਹੈ। ਫੀਸ ਜਿਹੜੀ ਹੈਗੀ ਆ ਉਹ ਬਹੁਤ ਸਾਰੇ ਯੂਨੀਵਰਸਿਟੀਜ਼ ਘੱਟ ਕੀਤੀਆਂ ਹੋਈਆਂ। ਮਤਲਬ ਇਸ ਕੋਵਿਡ ਕਰਕੇ ਜਿਹੜੇ ਬੱਚੇ ਯੂਕੇ ਜਾਣਾ ਚਾਹੁੰਦੇ ਆ, ਮੇਰਾ ਕੱਲ ਲਾਈਵ ਰਿਹਾ ਸੀ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਇਹ ਡਿਸਕਸ਼ਨ ਕੀਤੀ ਸੀ ਕਿ ਕਿਹੜੇ ਕੋਰਸਿਸ ਆ, ਕਿੱਦਾਂ 5.5 ਬੈਂਡ ਦੇ ਉੱਤੇ ਕਿਸ ਤਰ੍ਹਾਂ ਆਪਾਂ ਜਾ ਸਕਦੇ ਹਾਂ। ਓਵਰਆਲ 6 ਆ, 2 ਚੋਂ 5.5 ਆ, 3 ਚੋਂ 5.5 ਆ, 1 ਚੋਂ 5.5 ਆ। ਕਿਹੜੇ ਕਾਲਜ, ਕਿਹੜੇ ਕੋਰਸਿਸ ਹੁੰਦੇ ਨੇ। ਅਗਰ ਤੁਸੀਂ ਕੈਨੇਡਾ ਬਾਰੇ ਦੇਖਣਾ ਚਾਹੁੰਦੇ ਤਾਂ ਮੇਰਾ ਕੱਲ ਦਾ ਲਾਈਵ ਜਿਹੜਾ ਹੈਗਾ ਸਾਡੇ ਪੇਜ ਦੇ ਉੱਤੇ ਪਿਆ ਹੈਗਾ, ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਅੱਜ ਦੀ ਜਿਹੜੀ ਸਾਡੀ ਗੱਲ ਹੈਗੀ ਆ, ਯੂਕੇ ਸਟੂਡੈਂਟ ਵੀਜ਼ਾ ਤੇ ਜਾਣਾ ਕਿੱਦਾਂ ਜਾ ਸਕਦੇ ਆ, ਵਿਦਆਊਟ ਆਇਲਸ ਕਿੱਦਾਂ ਜਾ ਸਕਦੇ ਆ, ਗੈਪ ਕਿੰਨਾ ਚੱਲਦਾ ਹੈਗਾ, ਕਿਹੜੀ ਯੂਨੀਵਰਸਿਟੀ, ਕਿਹੜੇ ਕੋਰਸਿਸ ਹੈਗੇ ਆ। ਉਸ ਤੋਂ ਬਾਅਦ ਚੋਂ ਨੈਕਸਟ ਇਹਦੇ ਵਿੱਚ ਆਉਂਦਾ ਕਿ ਯੂਕੇ ਦੇ ਵਿੱਚ ਅਸੀਂ ਪੱਕੇ ਕਿੱਦਾਂ ਹੋ ਸਕਦਾ, ਕਿਉਂਕਿ ਯੂਕੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕੁਐਰੀ ਰਹਿੰਦੀ ਆ ਸਾਰੇ ਪੰਜਾਬੀਆਂ ਦੇ ਵਿੱਚ, ਉਹ ਇਹੋ ਹੀ ਰਹਿੰਦੀ ਆ ਕਿ ਯੂਕੇ ਪੱਕਾ ਨਹੀਂ ਕਰਦਾ। ਬਟ ਉਹ ਤੁਹਾਡੀ ਕੁਐਰੀ ਦੂਰ ਕਰਨ ਦੇ ਲਈ ਅਸੀਂ ਬੈਠੇ ਹੋਏ ਹਾਂ। ਯੂਕੇ ਦੇ ਵਿੱਚ ਤੁਹਾਨੂੰ ਇੱਕ ਗੁੱਡ ਨਿਊਜ਼ ਦੇ ਦਿੰਦੇ ਆ। ਹਰਨੀ ਓਵਰਸੀਜ਼ ਪਾਥਵੇ ਐਜੂਕੇਸ਼ਨ ਦਾ ਜਿਹੜਾ ਆਫਿਸ ਹੈ ਉਹ ਯੂਕੇ ਸੈਟਅਪ ਹੋ ਚੁੱਕਾ ਹੈਗਾ। ਤੁਹਾਨੂੰ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਅਸੀਂ ਇੱਥੇ ਦੇ ਰਹੇ ਹਾਂ, ਯੂਕੇ ਦੇ ਵਿੱਚ ਵੀ ਦੇਵਾਂਗੇ। ਯੂਕੇ ਜਿਹੜੇ ਬੱਚੇ ਇੱਥੋਂ ਹੀ ਪਰਮਾਨੈਂਟ ਰੈਜ਼ੀਡੈਂਸੀ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ 'ਚ ਅਪਲਾਈ ਕਰਨਾ ਚਾਹੁੰਦੇ ਆ, ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਅਸੀਂ ਅਪਲਾਈ ਕਰ ਸਕਦੇ ਹਾਂ। ਯੂਕੇ ਆਫਿਸ ਸਾਡਾ ਉਹਦੇ ਲਈ ਹੈਲਪਫੁਲ ਹੈਗਾ। ਫਿਰ ਉਸ ਤੋਂ ਬਾਅਦ ਚੋਂ ਜਿਹੜੇ ਬੱਚੇ ਇੱਥੋਂ ਸਟੂਡੈਂਟ ਵੀਜ਼ਾ 'ਤੇ ਜਾ ਰਹੇ, ਉਹਨਾਂ ਲਈ ਉੱਥੇ ਕਿਹੜੇ ਰਸਤੇ ਹੈਗੇ ਪੱਕੇ ਹੋਣ ਦੇ, ਇਹਨਾਂ ਸਾਰੇ ਬਾਰੇ ਗੱਲ ਕਰਦੇ ਹਾਂ। ਲੈਟਸ ਸਟਾਰਟ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ, ਯੂਕੇ ਸਟੂਡੈਂਟ ਵੀਜ਼ਾ। ਯੂਕੇ ਦੇ ਵਿੱਚ ਇਸ ਵੇਲੇ ਜਿਹੜੇ ਬੱਚੇ +2 ਹੈ, ਆਇਲਸ ਦੇ ਨਾਲ ਜਾਂ ਬਿਨਾਂ ਆਇਲਸ ਤੋਂ, ਕੋਈ ਰਿਫਿਊਜ਼ਲਸ ਹੈਗੀ ਤੁਹਾਡੀ ਆਲਰੇਡੀ ਜਾਂ ਨਹੀਂ ਹੈਗੀ, ਉਹਨਾਂ ਕੋਈ ਫਰਕ ਨਹੀਂ ਪੈਂਦਾ। ਯੂਕੇ ਤੁਸੀਂ ਵਿਦਆਊਟ ਆਇਲਸ ਵੀ ਜਾ ਸਕਦੇ ਹੋ। ਗੈਪ ਹੈ 3, 4, 5 ਸਾਲ ਦਾ। ਅਗਰ +2 ਤੋਂ ਬਾਅਦ ਚੋਂ 4-5 ਸਾਲ ਤੱਕ ਦਾ ਗੈਪ ਅਸੈਪਟੇਬਲ ਹੈਗਾ। ਗ੍ਰੈਜੂਏਸ਼ਨ ਤੋਂ ਬਾਅਦ ਚੋਂ ਕਈ ਯੂਨੀਵਰਸਿਟੀਜ਼ ਅਗਰ ਜਸਟੀਫਿਕੇਸ਼ਨ ਦੇ ਨਾਲ 10 ਸਾਲ ਤੱਕ ਦਾ ਗੈਪ ਵੀ ਅਸੈਪਟ ਕਰਦੀਆਂ ਪਈਆਂ। ਯੂਨੀਵਰਸਿਟੀਜ਼ ਕਿਹੜੀਆਂ ਹੈਗੀਆਂ ਉਹਦੇ ਬਾਰੇ ਅਗਰ ਅਸੀਂ ਡਿਸਕਸ਼ਨ ਕਰਦੇ ਹਾਂ, ਕਈ ਯੂਨੀਵਰਸਿਟੀਆਂ ਸਕਾਲਰਸ਼ਿਪ ਦੇ ਰਹੀਆਂ ਇਸ ਵੇਲੇ। 2000 ਪਾਉਂਡ ਤੋਂ ਲੈ ਕੇ 4000 ਪਾਉਂਡ ਤੱਕ ਦੀ ਸਕਾਲਰਸ਼ਿਪ ਯੂਨੀਵਰਸਿਟੀਜ਼ ਇਸ ਵੇਲੇ ਦੇ ਰਹੀਆਂ ਪਰ ਈਅਰ। ਫਸਟ ਈਅਰ ਤੋਂ ਲੈ ਕੇ ਹਰ ਸਾਲ ਉਹ ਇੰਨਾ ਸਕਾਲਰਸ਼ਿਪ ਦੇਣਗੀਆਂ। ਅਗਰ 3 ਸਾਲ ਦਾ ਪ੍ਰੋਗਰਾਮ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ 10,000 ਪਾਉਂਡ ਤੱਕ ਦੀ ਸਕਾਲਰਸ਼ਿਪ ਤੁਹਾਨੂੰ ਮਿਲ ਸਕਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਲਿਸਟ ਆਫ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਈਸਟ ਲੰਡਨ ਹੈ, ਰੋਹੈਂਪਟਨ, ਇਸ ਵੇਲੇ ਯੂਨੀਵਰਸਿਟੀ ਆਫ ਹੈਡਫੋਰਡਸ਼ਾਇਰ ਹੈ, ਯੂਨੀਵਰਸਿਟੀ ਆਫ ਹਡਰਸਫੀਲਡ ਹੈ ਜਿਹੜੀ ਆਫਰ ਲੈਟਰ 2-3 ਦਿਨ ਦੇ ਵਿੱਚ ਦੇ ਰਹੀ ਹੈ ਵਿਦਆਊਟ ਐਨੀ ਇੰਟਰਵਿਊ, ਵਿਦਆਊਟ ਆਇਲਸ।
इस वेले मैं ਉਹੀ ਤੁਹਾਨੂੰ ਕਹਿ ਰਿਹਾ ਇੰਨਾ ਜ਼ਿਆਦਾ ਈਜ਼ੀ ਹੋਇਆ ਪਿਆ ਯੂਕੇ ਦੇ ਲਈ ਅਪਲਾਈ ਕਰਨਾ। ਤੁਹਾਡੀ ਆਇਲਸ ਨਹੀਂ ਹੈਗੀ, ਤੁਹਾਡੀ ਪਰਸੈਂਟੇਜ 60-65 ਦੇ ਅਬਵ ਹੈਗੀ ਹੈ +2 ਦੇ ਵਿੱਚੋਂ। ਅਗਰ ਤੁਸੀਂ ਮਾਸਟਰ ਲਈ ਜਾ ਰਹੇ ਹੋ ਤੇ ਮਾਸਟਰ ਦੇ ਵਿੱਚ ਵੀ ਤੁਹਾਡੀ ਜਿਹੜੀ 50-60% ਹੈਗੀ ਹੈ ਗ੍ਰੈਜੂਏਸ਼ਨ ਦੇ ਵਿੱਚੋਂ, ਤੇ 60% ਦੇ ਅਬਵ ਹੈਗੀ ਹੈ +2 ਦੇ ਵਿੱਚੋਂ। ਤੇ ਹਰੇਕ ਯੂਨੀਵਰਸਿਟੀ ਇਸ ਵੇਲੇ ਤੁਹਾਨੂੰ ਵਿਦਾਊਟ ਆਇਲਸ ਅਸੈਪਟ ਕਰਦੀ ਹੈ। ਕੁਝ ਯੂਨੀਵਰਸਿਟੀਜ਼ ਵਿਦਾਊਟ ਇੰਟਰਵਿਊ ਵੀ ਅਸੈਪਟ ਕਰ ਰਹੀਆਂ। ਕੁਝ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਕਿ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾ ਰਹੀਆਂ। ਅਗਰ ਕਿ ਬਾਈ ਚਾਂਸ ਹਾਈ ਕਮਿਸ਼ਨ ਦੀ ਇੰਟਰਵਿਊ ਆ ਜਾਵੇ, ਉਹਦੀ ਵੀ ਪ੍ਰੈਪਰੇਸ਼ਨ ਕਿੱਦਾਂ ਹੋ ਰਹੀਆਂ। ਸਕਾਟਲੈਂਡ, ਪੋਲੀਮਾਊਥ, ਵੋਲਵਰਹੈਂਪਟਨ, ਲੰਡਨ, ਬਰਮਿੰਗਮ, ਚੈਸਟਰ, ਲੂਟਨ, ਬੈਡਫੋਰਡਸ਼ਾਇਰ, ਕੈਂਬਰਿਜ, ਲੀਡਸ, ਲੈਸਟਰ, ਇਹਨਾਂ ਤੋਂ ਇਲਾਵਾ ਸਾਡੇ ਕੋਲ ਹਰੇਕ ਉਹ ਥਾਵਾਂ ਹੈਗੀਆਂ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਬਰਮਿੰਗਮ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਕਿ ਉੱਥੇ ਬਰਮਿੰਗਮ ਸਿਟੀ ਯੂਨੀਵਰਸਿਟੀ ਹੈ, ਬਰਮਿੰਗਮ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਬਰਮਿੰਗਮ। ਇਹ ਆ ਜਿਹੜੀਆਂ ਵੋਲਵਰਹੈਂਪਟਨ ਹੈ, ਵੂਸਟਰ ਯੂਨੀਵਰਸਿਟੀ ਹੈ। ਅਗਰ ਤੁਹਾਡੀ ਕਿਸੇ ਚੀਜ਼ ਦੇ ਵਿੱਚ ਜਿਹੜੀ ਪਰਸੈਂਟੇਜ ਹੈ, ਅਗਰ ਤੁਹਾਡੀ ਘੱਟ ਵੀ ਹੈਗੀ ਆ, 50% ਵੀ ਆ, ਅਗਰ ਤੁਸੀਂ ਫਿਰ ਵੀ ਯੂਕੇ ਜਾਣ ਦੇ ਇਛੁਕ ਹੈਗੇ, ਤਾਂ ਯੂਨੀਵਰਸਿਟੀ ਆਫ ਵੂਸਟਰ, ਕ੍ਰੀਏਟਿਵ ਆਰਟਸ, ਇਹ 2 ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਫਾਊਂਡੇਸ਼ਨ ਪ੍ਰੋਗਰਾਮ ਦੇ ਨਾਲ ਐਲੀਜੀਬਲ ਕਰ ਦਿੰਦੀਆਂ, ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਫਿਰ ਸੈਕਿੰਡ ਚੀਜ਼ ਹੈ ਕਿ ਹੁਣ ਕਿਉਂ ਅਪਲਾਈ ਕਰਨਾ। ਇਸ ਵੇਲੇ ਲਾਕਡਾਊਨ ਹੈ, ਲਾਕਡਾਊਨ 'ਚ ਕਿਉਂ ਅਪਲਾਈ ਕਰਨਾ, ਇੰਨੀ ਕਿਹੜੀ ਆਖਰ ਆਈ ਹੋਈ ਹੈ ਕਿ ਲਾਕਡਾਊਨ 'ਚ ਅਪਲਾਈ ਕਰਨਾ। ਦੋਸਤੋ, ਜਦੋਂ 8 ਜੂਨ ਤੋਂ ਯੂਕੇ ਦੇ ਬਾਰਡਰ ਸਟਾਰਟ ਹੋ ਰਹੇ ਆ, 10 ਜੁਲਾਈ ਤੋਂ ਇੰਡੀਆ ਦੇ ਬਾਰਡਰ ਸਟਾਰਟ ਹੋ ਰਹੇ ਆ, ਤੇ ਯੂਕੇ ਪਹਿਲੀ ਕੰਟਰੀ ਹੋਏਗੀ ਜਿੱਥੋਂ ਜਿਹੜੀਆਂ ਫਲਾਈਟਾਂ ਹੈਗੀਆਂ ਆਦਾਨ ਪ੍ਰਦਾਨ ਹੋਣਾ ਸ਼ੁਰੂ ਹੋ ਜਾਏਗਾ। ਕੈਨੇਡਾ ਵੀ ਜਿਹੜੇ ਬੱਚੇ ਹੈਗੇ ਆ, ਉਹ ਵੀ ਹੋ ਸਕਦਾ ਅਗਸਤ ਦੇ ਵਿੱਚ, ਸਤੰਬਰ ਦੇ ਵਿੱਚ ਕੈਨੇਡਾ ਦੀਆਂ ਫਲਾਈਟਾਂ ਸਟਾਰਟ ਹੋਣ। ਹੱਲੇ ਸਟਾਰਟ ਹੋਣ ਦੇ ਚਾਂਸਸ ਕੈਨੇਡਾ ਦੇ ਨਹੀਂ ਹੈਗੇ। ਮੈਂ ਕੱਲ ਵੀ ਕਿਹਾ ਸੀਗਾ ਕਿ ਜਿਹੜੀ ਆਫਰ ਲੈਟਰ ਲੈਣੀ ਆਪਾਂ, ਫੀਸਾਂ ਨਹੀਂ ਪੇ ਕਰਨੀਆਂ, ਆਫਰ ਲੈ ਕੇ ਰੱਖਣੀ ਹੈ। ਬਟ ਯੂਕੇ ਜਿਹੜਾ ਹੈਗਾ, ਯੂਕੇ ਤੁਹਾਨੂੰ ਆਫਰ ਦੇ ਨਾਲ ਜਿੱਦਾਂ ਹੁਣ 8 ਤਰੀਕ ਤੋਂ, ਅੱਜ ਅਸੀਂ 5 ਤਰੀਕ ਹੈਗੇ ਬੈਠੇ ਹੋਏ, 8 ਤਰੀਕ ਨੂੰ ਤੁਹਾਡੇ 8 ਜਾਂ 10 ਨੂੰ ਤਾਂ ਯੂਕੇ ਸਟਾਰਟ ਹੀ ਕਰ ਰਿਹਾ ਆਪਣੇ ਬਾਰਡਰਸ। ਤੁਹਾਨੂੰ ਉਦੋਂ ਲਾਕਡਾਊਨ ਖਤਮ ਹੋਣ ਵਾਲੀ ਫੀਲਿੰਗ ਆ ਜਾਣੀ ਕਿ ਅਗਰ ਤੁਸੀਂ ਯੂਕੇ ਜਾਣਾ ਤਾਂ ਅਸੀਂ ਫਟਾਫਟ ਇਹਦੀਆਂ ਸੀਟਾਂ ਭਰਨੀਆਂ ਸ਼ੁਰੂ ਕਰ ਦਈਏ। ਯੂਕੇ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਦਾ ਇਸ ਵੇਲੇ ਸਕੋਪ ਕੀ ਹੈਗਾ, ਐਜੂਕੇਸ਼ਨ ਸਿਸਟਮ ਕੀ ਰਹਿਣ ਵਾਲਾ ਹੈਗਾ, ਉਹਦੇ ਬਾਰੇ ਜਦੋਂ ਮੈਂ ਗੱਲ ਕਰਦਾ ਤੇ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ ਕਿ ਯੂਕੇ ਦੀਆਂ ਯੂਨੀਵਰਸਿਟੀਜ਼ 2 ਪੈਟਰਨ ਦੇ ਉੱਤੇ ਆਪਣੀ ਐਜੂਕੇਸ਼ਨ ਸਟਾਰਟ ਕਰਨ ਦੇ ਲਈ ਰੈਡੀ ਹੈਗੀਆਂ। ਪਹਿਲਾ ਪੈਟਰਨ ਹੈ ਆਫਲਾਈਨ ਕਲਾਸਿਸ, ਦੂਜਾ ਪੈਟਰਨ ਹੈ ਆਨਲਾਈਨ ਕਲਾਸਿਸ। ਤੁਹਾਡੀਆਂ ਦੋਨੋਂ ਤਰੀਕੇ ਦੇ ਨਾਲ ਕਲਾਸਿਸ ਲੱਗਣਗੀਆਂ, ਜਾਂ ਤੁਹਾਨੂੰ ਆਪਸ਼ਨ ਦਿੱਤੀ ਜਾਏਗੀ ਯੂਕੇ ਤੁਸੀਂ ਚੱਲ ਜਾਓਗੇ। ਯੂਕੇ ਨੇ ਇੱਕੋ ਚੀਜ਼ ਅਨਾਉਂਸ ਕਰ ਦਿੱਤੀ ਹੋਈ ਕਿ ਜਦੋਂ ਵੀ ਤੁਸੀਂ ਆ ਰਹੇ ਹੋ, ਤੁਸੀਂ ਆਪਣੇ ਆਪ ਨੂੰ 14 ਦਿਨ ਦਾ ਕੁਆਰੰਟਾਈਨ ਕਰਨ ਦੇ ਲਈ ਤਿਆਰੀ ਰੱਖਣੀ ਹੈ। ਤੁਹਾਨੂੰ ਇੱਥੇ ਆ ਕੇ 14 ਦਿਨ ਕੁਆਰੰਟਾਈਨ ਕੀਤਾ ਜਾ ਸਕਦਾ। ਇਹਦੇ ਵਿੱਚ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਤੁਹਾਡੇ 'ਚ ਸਿੰਪਟਮ ਹੋਣ ਕਰੋਨਾ ਦੇ ਕਿ ਨਾ ਹੋਣ, ਤੁਹਾਨੂੰ ਕੁਆਰੰਟਾਈਨ ਕਰਨਾ ਹੀ ਪਏਗਾ। ਉਹਦੇ ਜੋ ਖਰਚੇ ਹੈਗੇ ਉਹ ਤੁਹਾਨੂੰ ਬੇਅਰ ਕਰਨੇ ਪੈਣਗੇ। ਖਰਚੇ ਬੜੇ ਨੋਮੀਨਲ ਜੇ ਹੈਗੇ, ਉਹਨਾਂ ਨੇ ਜਿਹੜੇ ਦੱਸੇ ਆ 100 ਪਾਉਂਡ ਜਿਹੜੇ ਆ ਪਰ ਵੀਕ ਦੇ ਆਸ-ਪਾਸ ਦਾ ਖਰਚਾ ਹੈਗਾ। ਤੇ ਇਹ 14 ਜਿਹੜਾ ਹੈਗੇ ਆ ਉਹ ਤਕਰੀਬਨ 14 ਦਿਨ ਆ। ਦੋ ਜਿਹੜੇ ਤੁਹਾਡੇ ਹਫਤੇ ਆ ਉਹ ਤੁਹਾਨੂੰ ਕੁਆਰੰਟਾਈਨ ਹੋਣਾ ਪਏਗਾ। ਕੋਈ ਬਹੁਤੀ ਜ਼ਿਆਦਾ ਕੁਆਰੰਟਾਈਨ ਹਫਤਿਆਂ ਦੀ ਗੱਲ ਨਹੀਂ ਹੈਗੀ, ਕੋਈ 4-5 ਹਫਤੇ ਨਹੀਂ ਹੈ, ਜਸਟ 2 ਵੀਕਸ। ਤੇ ਉਹਦਾ 100 ਪਾਉਂਡ ਜਿਹੜਾ ਤੁਹਾਨੂੰ ਪਰ ਵੀਕ ਦੇ ਆਸ-ਪਾਸ ਤੁਹਾਨੂੰ ਖਾਣਾ ਪੀਣਾ ਨਾਲ ਰਹਿਣ ਸਹਿਣ ਸਾਰਾ ਕੁਝ ਉਹ ਦੇਣਗੇ। ਇੰਨਾ ਕੁ ਉਹਨਾਂ ਦੇ ਖਰਚਾ ਜਿਹੜਾ ਹੈਗਾ ਵੱਖਰੀ ਸਿਟੀਜ਼ ਦੇ ਵਿੱਚ ਵੱਖਰਾ ਖਰਚਾ ਹੈਗਾ। ਇਹ ਮੈਂ ਨਾਰਮਲ ਦੱਸਦਾ ਪਿਆ। 80-85 ਤੋਂ ਵੀ ਸ਼ੁਰੂ ਹੋ ਜਾਂਦਾ, 110-20 ਤੱਕ ਵੀ ਜਾਂਦਾ, ਡਿਪੈਂਡਿੰਗ ਔਨ ਦਾ ਸਰਵਿਸਿਜ਼ ਦਾ, ਜਾਂ ਜਿਹੜੀਆਂ ਤੁਸੀਂ ਉੱਥੇ ਲੇਅਰਸ ਤੁਸੀਂ ਲੈਣਾ ਚਾਹੁੰਦੇ ਆ, ਉਹ ਤੁਹਾਨੂੰ ਕਿਹੜੀਆਂ ਉਹ ਪ੍ਰੋਵਾਈਡ ਕਰਨਗੇ, ਉਹਦੇ ਹਿਸਾਬ ਦੇ ਨਾਲ ਤੁਹਾਡੇ ਖਰਚੇ ਹੈਗੇ ਆ। ਸੈਕਿੰਡ ਹੈ ਕਿ ਆਪਾਂ ਨੂੰ ਸਤੰਬਰ ਇਨਟੇਕ ਕਿਉਂ। ਸਤੰਬਰ ਇਨਟੇਕ ਦੇ ਵਿੱਚ ਹਰੇਕ ਯੂਨੀਵਰਸਿਟੀ ਦੇ ਕੋਲ 31 ਅਕਤੂਬਰ ਐਕਸਟੈਂਸ਼ਨ ਵੀ ਹੈਗੀ ਹੈ। ਬਾਈ ਚਾਂਸ ਕਿਤੇ ਲੇਟ ਹੋ ਰਹੇ ਹੋ, ਤੁਸੀਂ ਲੇਟ ਹੋ ਰਹੇ ਹੋ, ਤੁਹਾਡੀ ਫੀਸ ਲੇਟ ਹੋ ਰਹੀ ਹੈ, ਤੁਹਾਡੇ ਕਿਸੇ ਕਾਰਨ ਕਰਕੇ ਤੁਸੀਂ ਡਿਲੇ ਕਰਦੇ ਪਏ ਹੋ। ਅਦਰਵਾਈਜ਼ ਮੈਂ ਇਹਦੇ ਵਿੱਚ 100% ਸ਼ੋਰ ਹੈਗਾ ਕਿ ਜਿਹੜੇ ਬੱਚੇ ਹੁਣ ਅਪਲਾਈ ਕਰਨਗੇ ਉਹਨਾਂ ਦੀ ਵਿਦਾਊਟ ਐਨੀ ਫੀਸ, ਈਵਨ ਕਿ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਵੀ ਅਸੀਂ ਤੁਹਾਨੂੰ ਦਿਆਂਗੇ ਕਿ ਜੇ ਫੀਸ ਵੀ ਤੁਸੀਂ ਵੀਜ਼ਾ ਤੋਂ ਬਾਅਦ 'ਚ ਦਿਓ, ਸਾਰੇ ਦਾ ਸਾਰਾ ਖਰਚਾ, ਕੋਈ ਅਗਰ ਇਨ ਕੇਸ ਵੀਜ਼ਾ ਰਿਫਿਊਜ਼ਲ ਹੁੰਦਾ ਤਾਂ ਤੁਹਾਡਾ ਕੋਈ ਖਰਚਾ ਨਾ ਹੋਵੇ, ਤੁਹਾਡਾ ਕੋਈ ਨੁਕਸਾਨ ਨਾ ਹੋਵੇ। ਇਸ ਚੀਜ਼ ਨੂੰ ਅਗਰ ਤੁਸੀਂ ਲੈ ਕੇ, ਕਿਉਂਕਿ ਮੈਂ ਪੈਕੇਜ ਦੇ ਵਿੱਚ ਇਹ ਚੀਜ਼ਾਂ ਬੜੀ ਵਾਰੀ ਕਹਿ ਚੁੱਕਾ ਕਿ ਪੈਕੇਜ 2 ਤਰ੍ਹਾਂ ਦੇ ਲੋਕ ਕਰਦੇ ਆ। ਇੱਕ ਉਹ ਲੋਕ ਹੋਣਗੇ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਤੁਹਾਡੇ ਕੋਲ ਪੈਸੇ ਹੈਗੇ ਆ, ਬਸ ਤੁਸੀਂ ਆਪਣਾ ਪੈਸਾ ਸਿਕਿਉਰ ਕਰਨਾ ਚਾਹੁੰਦੇ ਆ ਕਿ ਸਾਡਾ ਪੈਸੇ ਦਾ ਨੁਕਸਾਨ ਨਾ ਹੋਵੇ। ਔਰ ਦੂਸਰੇ ਲੋਕ ਉਹ ਹੁੰਦੇ ਆ ਜਿਨ੍ਹਾਂ ਕੋਲ ਪੈਸੇ ਹੁੰਦੇ ਨਹੀਂ ਆ, ਔਰ ਉਹ ਸੋਚਦੇ ਆ ਕਿ ਅਸੀਂ ਵੀਜ਼ਾ ਲਵਾ ਲਈਏ ਫਿਰ ਪੈਸਾ ਅਰੇਂਜ ਕਰ ਲਾਂਗੇ। ਦੋਨੋਂ ਤਰ੍ਹਾਂ ਦੇ ਲੋਕਾਂ ਦੇ ਲਈ ਸਾਡੇ ਕੋਲ ਸਪੈਸ਼ਲ ਸਿਸਟਮ ਹੋਏਗਾ ਕਿ ਤੁਹਾਡਾ ਜਿਹੜਾ ਪੈਸਾ ਸੇਫ ਐਂਡ ਸਿਕਿਉਰ ਰਹੇ। ਅਗਰ ਤੁਹਾਨੂੰ ਸਾਡੇ ਤੇ ਟਰਸਟ ਹੈਗਾ, ਆਫਰ ਲੈਟਰ ਫ੍ਰੀ ਆਫ ਕਾਸਟ ਹੈ ਹਰੇਕ ਯੂਨੀਵਰਸਿਟੀ ਦੀ। ਸਾਡੇ ਕੋਲ ਹਰੇਕ ਯੂਨੀਵਰਸਿਟੀ ਹੈਗੀ ਹੈ, ਹਰੇਕ ਯੂਨੀਵਰਸਿਟੀ ਦਾ ਮੈਂ ਕਹਿ ਰਿਹਾ, ਹਰੇਕ ਯੂਨੀਵਰਸਿਟੀ ਕਿਸੇ ਵੀ ਲੋਕੇਸ਼ਨ ਤੇ ਤੁਹਾਡੀ ਐਲੀਜੀਬਿਲਿਟੀ ਡਿਪੈਂਡ ਕਰਦੀ ਹੈ ਕਿ ਤੁਹਾਡੀ ਕਿਹੜੀ ਐਲੀਜੀਬਿਲਿਟੀ ਹੈਗੀ ਹੈ, ਜਿਹਦੇ ਨਾਲ ਕਿਹੜੀ ਯੂਨੀਵਰਸਿਟੀ ਤੁਹਾਨੂੰ ਅਕਸੈਪਟ ਕਰੇਗੀ। ਸਾਡੇ ਕੋਲ ਹਰੇਕ ਯੂਨੀਵਰਸਿਟੀ ਹੈ, ਤਕਰੀਬਨ 70 ਯੂਨੀਵਰਸਿਟੀਆਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ।
ਲਿਸਟ ਤੁਹਾਨੂੰ ਚਾਹੀਦੀ ਹੈ ਤੁਸੀਂ ਮੇਰੇ ਕੋਲੋਂ ਮੰਗ ਸਕਦੇ ਹੋ। ਹਰ ਲੋਕੇਸ਼ਨ ਤੇ ਜਿਹੜੀ ਵੀ ਯੂਨੀਵਰਸਿਟੀ ਤੁਹਾਨੂੰ ਚਾਹੀਦੀ ਹੈ। ਫਿਰ ਹਰੇਕ ਯੂਨੀਵਰਸਿਟੀ ਇਸ ਵੇਲੇ ਵਿਦਆਊਟ ਆਇਲਸ ਅਸੈਪਟ ਕਰਦੀ ਪਈ ਹੈ, ਡਿਪੈਂਡਿੰਗ ਔਨ ਤੁਹਾਡੇ ਐਲੀਜੀਬਿਲਿਟੀ ਤੋਂ ਕ੍ਰਾਈਟੇਰੀਆ ਕਿ ਤੁਹਾਡੇ ਕੋਲ ਬੈਂਡ ਪਰਸੈਂਟੇਜ ਕਿੰਨੇ ਹੈਗੇ ਆ। ਕੋਈ 60% ਲੈ ਰਹੀ, ਕੋਈ 65 ਲੈ ਰਹੀ, ਕੋਈ 70 ਲੈ ਰਹੀ ਹੈ। ਇਸ ਤਰੀਕੇ ਦੇ ਨਾਲ ਤੁਹਾਨੂੰ ਵਿਦਆਊਟ ਆਇਲਸ ਵੀ ਜਿਹੜੇ ਬੱਚੇ ਇੰਜੀਨੀਅਰਿੰਗ, ਫਿਰ ਮੈਂ ਗੱਲ ਕਰਦਾ ਤੀਸਰਾ ਜਿਹੜਾ ਕਾਰਨ ਹੈਗਾ ਸੈਪਟੈਂਬਰ ਇਨਟੇਕ ਲਈ ਅਪਲਾਈ ਕਰਨ ਦਾ, ਉਹ ਹੈਗਾ ਇੰਜੀਨੀਅਰਿੰਗ ਕੋਰਸਿਸ। ਦੋਸਤੋ ਨੈਕਸਟ ਮੈਂ ਇਸ ਤੋਂ ਬਾਅਦ ਚੋਂ ਸਟੂਡੈਂਟ ਵੀਜ਼ਾ ਤੋਂ ਬਾਅਦ ਚੋਂ ਅੱਗੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਪਾਂ ਉੱਥੇ ਪੱਕੇ ਕਿੱਦਾਂ ਹੋਣਾ। ਜਿਹੜਾ ਅਗਲਾ ਕੁਐਸਚਨ ਹਰੇਕ ਦਾ ਹੁੰਦਾ ਕਿ ਯੂਕੇ ਦੇ ਵਿੱਚ, ਯੂਕੇ ਦਾ ਪੱਕਾ ਹੀ ਨਹੀਂ ਕਰਦਾ, ਉਸ ਕੁਐਸਚਨ ਦਾ ਆਨਸਰ ਇੱਕੋ ਚੀਜ਼ ਹੈਗੀ ਆ ਕਿ ਉੱਥੇ ਜਾ ਕੇ ਤੁਸੀਂ ਕੋਰਸ ਕਿਹੜਾ ਚੂਜ਼ ਕਰਦੇ ਪਏ ਹੋ, ਕਿਹੜੇ ਕੋਰਸ ਦੇ ਵਿੱਚ ਤੁਹਾਨੂੰ ਉੱਥੇ ਜਿਹੜੀ ਹੈਗੀ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਆ। ਦੈਟ ਇਜ਼ ਮੋਰ ਇੰਪੋਰਟੈਂਟ ਟੂ ਨੋ। ਉਹਦੇ ਵਿੱਚ ਮੈਂ ਤੁਹਾਨੂੰ ਕੋਰਸਿਸ ਦੱਸ ਦਿੰਦਾ। ਇੰਜੀਨੀਅਰਿੰਗ, ਜਿੰਨੇ ਤਰ੍ਹਾਂ ਦੀ ਇੰਜੀਨੀਅਰਿੰਗ ਆ ਸਾਰਿਆਂ ਨੂੰ 20 ਪੁਆਇੰਟ ਐਕਸਟਰਾ ਹੈਗੇ ਆ। 20 ਪੁਆਇੰਟ ਕਿੱਦਾਂ ਹੈਗੇ ਉਹਦੀ ਕੈਲਕੂਲੇਸ਼ਨ ਮੈਂ ਤੁਹਾਨੂੰ ਅੱਗੇ ਆ ਕੇ ਦੱਸ ਦਿੰਦਾ। ਜਿੰਨੇ ਤਰ੍ਹਾਂ ਦੇ ਜਿਹੜੇ ਇੰਜੀਨੀਅਰਿੰਗ ਤੋਂ ਇਲਾਵਾ, ਇੰਜੀਨੀਅਰਿੰਗ ਕੋਈ ਵੀ ਹੈ, ਚਾਹੇ ਉਹ ਸਿਵਲ ਹੈ, ਇਲੈਕਟ੍ਰੀਕਲ, ਇਲੈਕਟ੍ਰੋਨਿਕ, ਮਕੈਨੀਕਲ ਜਾਂ ਕੰਪਿਊਟਰ ਇੰਜੀਨੀਅਰਿੰਗ ਵੀ ਅਗਰ ਅਸੀਂ ਗੱਲ ਕਰਦੇ ਹਾਂ, ਕੈਮੀਕਲ ਇੰਜੀਨੀਅਰਿੰਗ ਦੀ ਗੱਲ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਹੈ। ਫਿਰ ਉਸ ਤੋਂ ਬਾਅਦ ਚੋਂ ਅਗਰ ਤੁਹਾਡੀ ਨਰਸਿੰਗ ਕਰ ਰਹੇ ਉੱਥੇ, ਫਿਰ ਤੁਹਾਨੂੰ ਐਕਸਟਰਾ ਪੁਆਇੰਟ ਮਿਲਦੇ ਪਏ। ਨਰਸਿੰਗ ਵਾਲੇ ਬੱਚੇ 100% ਉੱਥੇ ਪੱਕੇ ਹੋ ਰਹੇ, ਚਾਹੇ ਬੈਚਲਰ ਹੈ ਚਾਹੇ ਮਾਸਟਰ ਹੈ। ਇੰਜੀਨੀਅਰਿੰਗ ਦੇ ਵੀ ਬੱਚੇ 100% ਪੱਕੇ ਹੋਣਗੇ, ਜਿਹੜੇ ਜਾਂ ਬੈਚਲਰ ਲਈ ਜਾ ਰਹੇ ਹੋ ਜਾਂ ਮਾਸਟਰ ਲਈ ਜਾ ਰਹੇ ਹੋ। ਤੀਸਰੀ ਚੀਜ਼ ਉਹਦੇ ਵਿੱਚ ਅੱਗੇ ਆ ਗਈ ਕਿ ਅਗਰ ਤੁਸੀਂ ਕੋਈ ਕੋਰਸ ਇੱਦਾਂ ਦਾ ਲੈ ਰਹੇ ਹੋ, ਲੈਬ ਟੈਕਨੀਸ਼ੀਅਨ, ਸਾਈਕੋਲੋਜੀ ਦੇ ਕੋਰਸਿਸ ਜਿਹੜੇ ਹੈਗੇ ਆ, ਪਰ ਇਹਨਾਂ ਦਾ ਸੈਪਟੈਂਬਰ ਇਨਟੇਕ ਦੇ ਨਾਲ ਕੀ ਤਾਲੁਕ ਹੈਗਾ। ਸੈਪਟੈਂਬਰ ਇਨਟੇਕ, ਇਹ ਤੁਹਾਨੂੰ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਸਭ ਤੋਂ ਵੱਡਾ ਇਨਟੇਕ ਸੈਪਟੈਂਬਰ ਇਨਟੇਕ ਹੈ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਇੱਦਾਂ ਦੀਆਂ ਹੈਗੀਆਂ ਕਿ ਜਿਨ੍ਹਾਂ ਦਾ ਸੈਪਟੈਂਬਰ ਤੋਂ ਬਾਅਦ ਚੋਂ ਸਿੱਧਾ ਹੀ ਸੈਪਟੈਂਬਰ ਇਨਟੇਕ ਦੁਆਰਾ ਹੁੰਦਾ, ਵਿੱਚ ਉਹਨਾਂ ਦਾ ਨਾ ਜਨਵਰੀ ਹੁੰਦਾ ਨਾ ਮਈ ਹੁੰਦਾ। ਸੋ ਅਗਰ ਤੁਸੀਂ ਇੱਦਾਂ ਦੀ ਕੋਈ ਯੂਨੀਵਰਸਿਟੀ 'ਚ ਇੱਦਾਂ ਦਾ ਕੋਈ ਕੋਰਸ ਲੈਣਾ ਚਾਹੁੰਦੇ ਹੋ ਕਿ ਜਿਹੜਾ ਸੈਪਟੈਂਬਰ ਇਨਟੇਕ ਦੇ ਵਿੱਚ ਹੀ ਹੈ, ਉਹ ਤੁਹਾਨੂੰ ਹੁਣੇ ਹੀ ਲੈਣਾ ਪਏਗਾ, ਹੁਣੇ ਆਫਰ ਅਪਲਾਈ ਕਰਨੀ ਪਏਗੀ, ਤਾਂ ਹੀ ਤੁਹਾਡੀ ਸੀਟ ਕਨਫਰਮ ਹੋਏਗੀ। ਕਿਉਂਕਿ ਦੂਸਰੀ ਚੀਜ਼ ਇਸ ਤੋਂ ਬਾਅਦ ਮੇਨ ਆ ਜਾਂਦੀ ਕਿ ਉਹਨਾਂ ਦੀ ਇਸ ਵੇਲੇ ਕਪੈਸਿਟੀ 50% ਹੈ। ਜਿੰਨੇ ਕਾਲਜ ਯੂਨੀਵਰਸਿਟੀਜ਼ ਹੈ ਸੈਪਟੈਂਬਰ ਇਨਟੇਕ ਦੇ ਲਈ 50% ਕਪੈਸਿਟੀ ਤੇ ਰਨ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਗਵਰਨਮੈਂਟ ਨੇ ਕਿਹਾ ਹੋਇਆ ਕਿ ਤੁਸੀਂ 100% ਦੇ ਨਾਲ ਰਨ ਨਹੀਂ ਕਰ ਸਕਦੇ। ਉਸ ਤੋਂ ਬਾਅਦ ਚੋਂ ਤੁਹਾਡਾ, ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ ਤੇ ਉਹ ਤੁਹਾਨੂੰ ਆਨਲਾਈਨ ਕਲਾਸਿਸ ਤੇ ਆਫਲਾਈਨ ਕਲਾਸਿਸ ਬੋਥ ਐਂਡ ਕੰਬੀਨੇਸ਼ਨ, ਕਿ ਇੱਕ ਦਿਨ ਤੁਹਾਡੀ ਕਲਾਸ ਆਫਲਾਈਨ ਲੱਗ ਰਹੀ ਹੈ, ਦੂਜੇ ਦਿਨ ਆਨਲਾਈਨ ਲੱਗ ਰਹੀ ਹੈ। ਤੁਹਾਨੂੰ ਆਨਲਾਈਨ ਦਾ ਖਰਚਾ ਘੱਟ ਪੈ ਰਿਹਾ, ਤੁਹਾਨੂੰ ਟਰੈਵਲਿੰਗ ਬਚਦੀ ਹੈ, ਤੁਹਾਡਾ ਟਾਈਮ ਬਚਦਾ ਹੈਗਾ, ਤੁਸੀਂ ਉਹੀ ਟਾਈਮ ਨੂੰ ਕੰਜ਼ਿਊਮ ਕਰਕੇ ਆਪਣੀ ਹੋਰ ਅਰਨਿੰਗ ਜਿਹੜੀ ਹੈਗੀ ਉੱਥੇ ਕਰ ਸਕਦੇ ਹੋ। ਸੋ ਯੂਕੇ ਜਾ ਕੇ ਵੀ ਆਨਲਾਈਨ ਦੀ ਆਪਸ਼ਨ ਤੁਹਾਨੂੰ ਮਿਲ ਰਹੀ ਹੈ ਉੱਥੇ ਜਾ ਕੇ। ਨੈਕਸਟ ਜਿਹੜੀ ਚੀਜ਼ ਆ ਜਾਂਦੀ ਹੈ, ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਿੰਨੇ ਇੰਜੀਨੀਅਰਿੰਗ ਦੇ ਕੋਰਸਿਸ ਹੈ ਉਹ ਇਸ ਵੇਲੇ ਹੀ ਅਵੇਲੇਬਲ ਹੈਗੇ ਆ, ਜਿੰਨੇ ਨਰਸਿੰਗ ਦੇ ਕੋਰਸਿਸ ਹੈ ਉਹ ਇਸ ਵੇਲੇ ਹੀ ਅਵੇਲੇਬਲ ਹੈ, ਜਿੰਨੇ ਆ ਸਾਈਕੋਲੋਜੀ ਦੇ, ਫਿਰ ਉਸ ਤੋਂ ਬਾਅਦ ਚੋਂ ਲੈਬ ਟੈਕਨੀਸ਼ੀਅਨ ਦੇ, ਆਰਟਿਸਟ ਦੇ, ਮਿਊਜ਼ੀਸ਼ੀਅਨ ਦੇ, ਸ਼ੈਫ ਦੇ, ਹੌਸਪਿਟੈਲਿਟੀ ਦੇ, ਇਹ ਕੋਰਸਿਸ ਸੈਪਟੈਂਬਰ ਇਨਟੇਕ ਦੇ ਵਿੱਚ ਹੀ ਹੈ। ਉਸ ਤੋਂ ਬਾਅਦ ਚੋਂ ਜਿਹੜੇ ਕੋਰਸਿਸ ਰਹਿ ਜਾਂਦੇ ਆ ਉਹ ਬਿਜ਼ਨਸ ਦੇ ਰਹਿ ਜਾਂਦੇ ਆ, ਇੰਟਰਨੈਸ਼ਨਲ ਬਿਜ਼ਨਸ ਦੇ ਰਹਿ ਜਾਂਦੇ ਆ, ਤੁਹਾਡੇ ਕਿਤੇ ਨਾ ਕਿਤੇ ਆਈਟੀ ਦੇ ਕੁਝ ਇੱਕ ਦੋ ਕੋਰਸਿਸ ਰਹਿ ਜਾਂਦੇ, ਦੈਟਸ ਇਟ, ਹੋਰ ਕੋਈ ਕੋਰਸਿਸ ਨਹੀਂ ਰਹਿੰਦੇ। ਹੁਣ ਪੁਆਇੰਟ ਰਹਿ ਗਿਆ ਆਨਲਾਈਨ ਐਪਲੀਕੇਸ਼ਨ। ਅਗਰ ਤੁਸੀਂ ਦੂਰ ਹੋ, ਸਾਡੇ ਆਫਿਸਿਸ ਨਹੀਂ ਆ ਸਕਦੇ, ਈਵਨ ਤੁਹਾਨੂੰ ਮੈਂ ਦੱਸ ਦਿੰਦਾ ਹਰਨਿਲ ਓਵਰਸੀਜ਼ ਪਾਥਵੇ ਐਜੂਕੇਸ਼ਨ ਦਾ ਲੰਡਨ ਦੇ ਵਿੱਚ ਵੀ ਆਫਿਸ ਹੈਗਾ। ਅਗਰ ਤੁਸੀਂ ਲੰਡਨ ਦੇ ਵਿੱਚ ਜਾ ਕੇ ਵੀ ਕੋਈ ਸਰਵਿਸਿਜ਼ ਲੈਣਾ ਚਾਹੁੰਦੇ, ਦੈਟ ਇਜ਼ ਵਾਈ ਆਈ ਐਮ ਸੇਇੰਗ ਕਿ ਤੁਹਾਨੂੰ ਬੈਸਟ ਸਰਵਿਸਿਜ਼ ਜਿਹੜੀ ਹੈਗੀ ਆ ਉਹ ਅਸੀਂ ਦੇ ਸਕਦੇ, ਕਿਉਂਕਿ ਯੂਕੇ ਸਾਡਾ ਆਫਿਸ ਹੈ। ਈਵਨ ਸਾਡਾ ਆਫਿਸ ਕੈਨੇਡਾ ਵੀ ਹੈਗਾ, ਸਾਡਾ ਆਫਿਸ ਆਸਟ੍ਰੇਲੀਆ ਵੀ ਹੈਗਾ। ਸਾਡੀ ਵੈਬਸਾਈਟ ਜਿਹੜੀਆਂ ਹੈਗੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਸਾਡੇ ਉੱਥੇ ਦੇ ਫੋਨ ਨੰਬਰਸ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਹੋਏ ਆ ਵੈਬਸਾਈਟ ਦੇ ਉੱਤੇ। ਤੁਹਾਨੂੰ ਕੋਈ ਵੀ ਚੀਜ਼ ਇਨਫੋਰਮੇਸ਼ਨ ਚਾਹੀਦੀ ਇਹਨਾਂ ਕੰਟਰੀਜ਼ ਦੇ ਵਿੱਚ, ਤੁਸੀਂ ਸਾਡੇ ਕੋਲ ਸੰਪਰਕ ਕਰ ਸਕਦੇ ਹੋ, ਉੱਥੇ ਦੇ ਆਫਿਸਿਸ ਨੂੰ ਵੀ। ਫਿਰ ਅਗਲੀ ਚੀਜ਼ ਆ ਗਈ ਕਿ ਬੈਸਟ ਸਰਵਿਸਿਜ਼ ਦੇ ਨਾਲ ਤੁਹਾਨੂੰ ਅਸੀਂ ਪੁਆਇੰਟ ਬੇਸ ਸਿਸਟਮ। ਹੁਣ ਅੱਗੇ ਆ ਗਿਆ ਕਿ ਜਿਹੜੇ ਸਟੂਡੈਂਟ ਇੱਥੇ ਆ, ਜਿੰਨੀਆਂ ਨਰਸਿਸ ਇੱਥੇ ਆ, ਜਿੰਨੇ ਇੰਜੀਨੀਅਰਸ ਇੱਥੇ ਆ, ਜਿੰਨੇ ਆਰਟਿਸਟ ਆ, ਜਿੰਨੇ ਕੁੱਕ ਸ਼ੈਫ ਹੈਗੇ ਆ, ਜਿੰਨੇ ਇਹਦੇ ਵਿੱਚ ਹੌਸਪਿਟੈਲਿਟੀ ਜਿਨ੍ਹਾਂ ਨੇ ਕੀਤੀ ਹੋਈ ਆ ਉਹ ਹੈਗੇ ਆ, ਅਗਰ ਉਹ ਯੂਕੇ ਮੂਵ ਔਨ ਹੋਣਾ ਚਾਹੁੰਦੇ ਆ, ਵਿਦ ਫੈਮਿਲੀ ਮੂਵ ਔਨ ਹੋਣਾ ਚਾਹੁੰਦੇ ਆ, ਉਹਨਾਂ ਲਈ ਇਸ ਤੋਂ ਬੈਸਟ ਆਪਸ਼ਨ ਨਹੀਂ ਹੋ ਸਕਦੀ। ਯੂਕੇ ਨੇ ਜਿਹੜਾ ਪੁਆਇੰਟ ਬੇਸ ਸਿਸਟਮ ਸ਼ੁਰੂ ਕੀਤਾ ਹੋਇਆ। ਹੁਣ ਪੁਆਇੰਟ ਬੇਸ ਸਿਸਟਮ ਦੇ ਵਿੱਚ ਅਗਰ ਮੈਂ ਆਉਂਦਾ, ਇੱਕ ਤੇ ਤੁਹਾਨੂੰ ਮੈਂ ਚੀਜ਼ ਦੱਸ ਦਿੱਤੀ, ਸਟੂਡੈਂਟ ਵੀਜ਼ਾ ਦੀ ਐਲੀਜੀਬਿਲਿਟੀ ਦੱਸਦੀ ਹੈ, ਕਿਉਂ ਅਪਲਾਈ ਕਰਨਾ ਚਾਹੁੰਦਾ ਇਹ ਮੈਂ ਦੱਸ ਦਿੱਤੀ ਹੈ। ਦੂਸਰੀ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ ਇਸ ਵੇਲੇ ਮਾਸਟਰਸ ਪ੍ਰੋਗਰਾਮ। ਜਿੰਨੇ ਬੱਚੇ, ਮੈਂ ਫੇਰ ਕਹਿੰਦਾ ਪਿਆ, ਅਗਰ ਤੁਸੀਂ ਮੈਨੂੰ ਪੁੱਛੋਗੇ ਕਿ ਪੋਸਟ ਗ੍ਰੈਜੂਏਸ਼ਨ ਕਰਨ ਲਈ ਤੁਹਾਨੂੰ ਕੈਨੇਡਾ ਜਾਣਾ ਚਾਹੀਦਾ ਜਾਂ ਯੂਕੇ ਜਾਣਾ ਚਾਹੀਦਾ, ਤਾਂ ਮੈਂ ਜਿਹੜਾ ਖੁੱਲ੍ਹ ਕੇ ਕਹੂੰਗਾ ਕਿ ਯੂਕੇ ਜਾਣਾ ਚਾਹੀਦਾ। ਕਾਰਨ ਕੀ ਹੈ? ਪਹਿਲਾ ਕਾਰਨ 1 ਸਾਲ ਦੀ ਮਾਸਟਰਸ ਹੈ, ਕੈਨੇਡਾ 2 ਸਾਲ ਦੀ ਮਾਸਟਰ ਕਰਨੀ ਪੈਂਦੀ ਤੁਹਾਨੂੰ। ਦੂਜਾ ਕਾਰਨ
ਤੁਸੀਂ ਸਪਾਊਸ ਨੂੰ ਨਾਲ ਹੀ ਅਪਲਾਈ ਕਰਕੇ ਲੈ ਕੇ ਜਾ ਸਕਦੇ ਹੋ। ਸਪਾਊਸ ਨਾਲ ਹੀ ਤੁਹਾਡੇ ਜਿਹੜੇ ਹੈਗੇ ਆ ਉਹ ਟਰੈਵਲ ਕਰ ਸਕਦਾ। ਤੀਸਰਾ ਕਾਰਨ ਕਿ ਤੁਹਾਨੂੰ ਉੱਥੇ ਮਾਸਟਰਸ ਤੋਂ ਬਾਅਦ ਚੋਂ ਜਿਹੜੇ ਪਰਮਾਨੈਂਟ ਹੋਣ ਦੇ ਚਾਂਸਸ ਆ ਉਹ ਵੱਧ ਜਾਂਦੇ ਆ। ਉਹਦਾ ਕਾਰਨ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਉਹ ਕਿੱਦਾਂ ਹੋਏਗਾ ਜਦੋਂ ਪੁਆਇੰਟ ਬੇਸ ਸਿਸਟਮ 'ਚ ਚੀਜ਼ਾਂ ਸਮਝਾਊਂਗਾ। ਔਰ 1 ਸਾਲ ਦੀ ਮਾਸਟਰਸ ਤੁਸੀਂ ਮੈਨੂੰ ਪੂਰੇ ਵਰਲਡ 'ਚ ਦਿਖਾ ਦਿਓ ਕਿਤੇ 1 ਸਾਲ ਦੀ ਮਾਸਟਰ ਨਹੀਂ ਹੈਗੀ, ਯੂਕੇ ਹੀ ਹੈਗਾ। ਯੂਕੇ ਦੀ ਮਾਸਟਰ ਆਲ ਓਵਰ ਵਰਲਡ ਰਿਕੋਗਨਾਈਜ਼ਡ ਹੈਗੀ ਹੈ। ਉਹਦੀ ਉੱਥੇ 1 ਸਾਲ ਦੀ ਮਾਸਟਰ ਕਰਨ ਤੋਂ ਬਾਅਦ 'ਚੋਂ 2 ਸਾਲ ਦਾ ਤੁਹਾਡਾ ਜਿਹੜਾ ਹੈਗਾ ਉਹ ਵਰਕ ਪਰਮਿਟ ਤੁਹਾਨੂੰ ਮਿਲਦਾ। ਤੁਹਾਡੇ ਸਪਾਊਸ ਨੂੰ ਵੀ ਨਾਲ ਵਰਕ ਪਰਮਿਟ ਮਿਲ ਜਾਂਦਾ। ਤੁਹਾਡੇ ਬੱਚਿਆਂ ਨੂੰ ਉੱਥੇ ਜਿਹੜਾ ਹੈਗਾ ਐਜੂਕੇਸ਼ਨ ਤੁਹਾਨੂੰ ਮਿਲਦੀ ਹੈਗੀ ਹੈ, ਜਿਹੜੀ ਉੱਥੇ ਲੋਕਲ ਇੰਟਰਨੈਸ਼ਨਲ ਸਟੂਡੈਂਟਸ ਤੋਂ ਅਸੀਂ ਨਹੀਂ ਕਾਊਂਟ ਹੋਵੋਗੇ। ਫਿਰ ਅਸੀਂ ਗੱਲ ਕਰ ਲੈਂਦੇ ਹਾਂ। ਹੁਣ ਤੁਸੀਂ ਮਾਸਟਰ ਦਾ ਤੁਹਾਨੂੰ ਮੈਂ ਚੀਜ਼ਾਂ ਦੱਸ ਦਿੱਤੀਆਂ, ਸਟੂਡੈਂਟ ਦੀਆਂ ਦੱਸ ਦਿੱਤੀਆਂ, ਬੈਚਲਰ ਦਾ ਦੱਸ ਦਿੱਤਾ। ਬੈਚਲਰ ਜਿਹੜੇ ਬੱਚੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਆ ਉਹਨਾਂ ਲਈ ਸਤੰਬਰ ਤੋਂ ਬੈਸਟ ਹੋਰ ਕੋਈ ਆਪਸ਼ਨ ਨਹੀਂ ਹੈਗੀ। ਹੁਣ ਨੈਕਸਟ ਆ ਜਾਂਦਾ ਯੂਕੇ ਪੁਆਇੰਟ ਬੇਸ ਸਿਸਟਮ। ਅਗਰ ਤੁਸੀਂ ਇੱਥੋਂ ਹੀ ਯੂਕੇ ਦਾ ਪੁਆਇੰਟ ਬੇਸ ਸਿਸਟਮ ਦੇ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਤੁਹਾਡੇ ਕੋਲ 2 ਆਪਸ਼ਨਸ ਆ। ਪਹਿਲੀ ਆਪਸ਼ਨ, ਤੁਹਾਡੇ ਪੁਆਇੰਟ ਜਿਹੜੇ ਹੈਗੇ 70 ਕਿੱਦਾਂ ਪੂਰੇ ਹੋਣੇ ਆ। ਯੂਕੇ ਦਾ ਕੁਝ ਨਹੀਂ ਕਰਨਾ, ਤੁਸੀਂ ਗੂਗਲ ਜਾਣਾ, ਗੂਗਲ ਤੇ ਲਿਖਣਾ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ ਯੂਕੇ। ਤੁਹਾਡੇ ਕੋਲ ਸਿਸਟਮ ਆ ਜਾਏਗਾ ਸਾਹਮਣੇ ਕਿ ਕਿੰਨੇ ਪੁਆਇੰਟ ਹੈਗੇ ਆ। ਯੂਕੇ ਦੀਆਂ ਗਵਰਨਮੈਂਟ ਦੀਆਂ ਵੈਬਸਾਈਟਸ ਇਹਨੂੰ ਅਨਾਉਂਸ ਕਰ ਚੁੱਕੀਆਂ। ਆਫਟਰ ਬ੍ਰੈਗਜ਼ਿਟ ਜਦੋਂ ਹੋਇਆ, ਬ੍ਰੈਗਜ਼ਿਟ ਤੋਂ ਬਾਅਦ ਚੋਂ ਇਹਦਾ ਬਿੱਲ ਪਾਸ ਹੋ ਚੁੱਕਾ। ਇਹਦੇ ਵਿੱਚ ਕੋਈ ਡਿਲੇ ਨਹੀਂ ਹੈਗਾ। ਹੁਣ ਕੋਈ ਇਹ ਕਿੰਤੂ ਪਰੰਤੂ ਨਹੀਂ ਹੈਗਾ ਕਿ ਕੋਈ ਵੀ ਬੱਚਾ ਇਹ ਕਹਿ ਦੇਵੇ ਕਿ ਇਹ ਹੋਣਾ ਨਹੀਂ ਹੈ ਜੀ, ਇਹ ਝੂਠ ਬੋਲਦੇ ਪਏ ਆ। ਇਹਦਾ ਉੱਥੇ ਦੇ ਪਾਰਲੀਮੈਂਟ ਨੇ ਬਿੱਲ ਪਾਸ ਕਰ ਚੁੱਕੇ ਆ। ਸਤੰਬਰ 1 ਤੋਂ ਇਹਦੀਆਂ ਐਪਲੀਕੇਸ਼ਨ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਹਦਾ ਵੀਜ਼ਾ ਜਿਹੜਾ ਸਟਾਰਟਿੰਗ ਹੋ ਰਿਹਾ ਜਨਵਰੀ 2021 ਤੋਂ ਹੋ ਰਿਹਾ। ਸੋ ਜਿਹੜੇ ਬੱਚੇ ਇਹਦੇ ਲਈ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਆ, ਜਿਹੜੇ ਬੱਚੇ ਇਹਦੇ ਲਈ ਅਪਲਾਈ ਕਰਨਾ ਚਾਹੁੰਦੇ, ਸੈਂਡ ਅਸ ਦਾ ਰਿਜ਼ਿਊਮ ਸਾਨੂੰ WhatsApp ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ। ਸਾਨੂੰ ਰਿਜ਼ਿਊਮ ਜਿਹੜਾ ਹੈਗਾ ਤੁਸੀਂ ਸੈਂਡ ਕਰੋ, ਅਸੀਂ ਤੁਹਾਡੀ ਰਿਜ਼ਿਊਮ ਦੀ ਅਸੈਸਮੈਂਟ ਕਰਕੇ ਤੁਹਾਨੂੰ ਦੱਸ ਦਾਂਗੇ ਕਿ ਤੁਸੀਂ ਜਿਹੜਾ ਹੈਗਾ ਐਲੀਜੀਬਲ ਹੋ ਰਹੇ ਹੋ ਕਿ ਨਹੀਂ ਐਲੀਜੀਬਲ ਹੋ ਰਹੇ। ਇਹਦੇ ਪੁਆਇੰਟ ਕਿੱਦਾਂ ਬਣਦੇ ਆ। ਲੈਟਸ ਟਾਕ ਅਬਾਊਟ ਦਾ ਪੁਆਇੰਟ ਸਿਸਟਮ ਕਿ ਪੁਆਇੰਟ ਇਹਦੇ ਬਣਦੇ ਕਿੱਦਾਂ ਹੈਗੇ ਆ। ਤੁਹਾਨੂੰ 70 ਪੁਆਇੰਟ ਚਾਹੀਦੇ ਆ। ਜਿਹੜੇ ਬੱਚੇ ਇੱਥੋਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਆ ਉਹਨਾਂ ਲਈ ਬੜਾ ਈਜ਼ੀ ਹੈ। 2 ਸਾਲ ਤੇ ਜਿਹੜੇ ਬੈਚਲਰ ਕਰਨਗੇ ਉਹ 3 ਸਾਲ ਦੀ ਬੈਚਲਰ ਹੈਗੀ ਹੈ। ਉਸ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਹੈਗਾ, ਉਹ ਇਸ ਤੋਂ ਬਾਅਦ 'ਚ ਬੜੇ ਆਰਾਮ ਨਾਲ ਅਪਲਾਈ ਕਰ ਸਕਦੇ ਆ। ਜਿਹੜੇ ਮਾਸਟਰ ਕਰਨਗੇ 1 ਸਾਲ ਦੀ ਮਾਸਟਰ, 2 ਸਾਲ ਦੇ ਜਿਹੜੀ ਹੈਗੀ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈਗਾ। ਵਰਕ ਪਰਮਿਟ ਜਿਹੜਾ ਅੱਗੇ ਦਾ ਉਸ ਤੋਂ ਬਾਅਦ 'ਚ ਪੁਆਇੰਟ ਬੇਸ ਸਿਸਟਮ ਦੇ ਵਿੱਚ ਟਾਇਰ 2 ਅਪਲਾਈ ਕਰ ਸਕਦੇ ਆ। ਉਹਦੀ ਐਲੀਜੀਬਿਲਟੀ ਜਿਹੜੇ ਇੱਥੋਂ ਵੀ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਦੀ ਵੀ ਐਲੀਜੀਬਿਲਟੀ ਸੇਮ ਹੀ ਹੈ, ਕੈਲਕੂਲੇਸ਼ਨ ਉਹਨਾਂ ਦੀ ਵੀ ਸੇਮ ਹੀ ਰਹੇਗੀ। ਹੁਣ ਕਿੱਦਾਂ ਰਹੇਗੀ ਇਹਦੇ ਵਿੱਚ ਧਿਆਨ ਦੇ ਨਾਲ ਸੁਣਿਓ ਕਿ ਤੁਹਾਡੀ ਉੱਥੇ ਇੰਜੀਨੀਅਰਿੰਗ ਕਿੱਦਾਂ ਕੰਮ ਆਣੀ ਹੈ। ਜਿਹੜੀ ਯੂਕੇ ਤੋਂ ਇੰਜੀਨੀਅਰਿੰਗ ਕਰਨੀ ਹੈ, ਪਹਿਲੀ ਚੀਜ਼ ਆਉਂਦੀ ਤੁਹਾਡੀ ਕਿ ਤੁਸੀਂ ਜਿਹੜੇ ਹੈਗੇ ਆ ਜਿਹੜੀ ਜੌਬ ਆਫਰ ਤੁਹਾਨੂੰ ਚਾਹੀਦੀ ਹੈ। ਟੋਟਲ 130 ਪੁਆਇੰਟ ਹੈਗੇ ਆ। 130 ਪੁਆਇੰਟ ਦੇ ਵਿੱਚੋਂ ਤੁਹਾਨੂੰ ਪਹਿਲੇ 20 ਪੁਆਇੰਟ ਮਿਲਦੇ ਆ ਅਗਰ ਤੁਹਾਨੂੰ ਜਿਹੜੀ ਉੱਥੇ ਜੌਬ ਮਿਲ ਰਹੀ ਆ ਉਹ ਲਾਇਸੈਂਸਡ ਕੰਪਨੀ ਹੋਵੇਗੀ। ਲਾਕਡਾਊਨ ਦੇ ਵਿੱਚ ਵੀ 4000 ਕੰਪਨੀਆਂ ਉੱਥੇ ਵਧੀਆਂ ਜਿਨ੍ਹਾਂ ਕੋਲ ਲਾਇਸੈਂਸ ਹੈਗਾ। ਔਰ ਮੈਂ ਤੁਹਾਨੂੰ ਹਰ ਵਾਰੀ ਇਹੋ ਹੀ ਕਹਿੰਦਾ ਪਿਆ ਕਿ ਜਨਵਰੀ 2021 ਤੋਂ ਪਹਿਲਾਂ ਇਹ ਕੰਪਨੀਆਂ 1 ਲੱਖ ਦੇ ਆਸ-ਪਾਸ ਹੋਣਗੀਆਂ ਜਿਨ੍ਹਾਂ ਕੋਲ ਲਾਇਸੈਂਸ ਉੱਥੇ ਹੋਏਗਾ। ਬੜਾ ਇੰਪੋਰਟੈਂਟ ਟੌਪਿਕ ਹੈਗਾ। ਅਗਰ ਤੁਸੀਂ ਯੂਕੇ ਪੱਕਾ ਹੋਣ ਬਾਰੇ ਸੁਣਨਾ ਚਾਹੁੰਦੇ ਆ ਇਹ ਮੇਰੇ ਲਾਈਵ ਦੇ ਵਿੱਚ ਬਣੇ ਰਹੋ। ਕੋਈ ਵੀ ਕੁਐਸਚਨ ਹੈਗਾ ਤੁਸੀਂ ਮੇਰੇ ਨਾਲ ਪੁੱਛ ਸਕਦੇ ਹੋ ਤੇ ਮੈਂ ਤੁਹਾਨੂੰ ਉਹਦਾ ਆਨਸਰ ਨਾਲ ਦੇ ਨਾਲ ਵੀ ਦੇ ਸਕਦਾ। ਪਹਿਲਾ ਪ੍ਰਸ਼ਨ ਇਹਦੇ ਵਿੱਚ ਆਉਂਦਾ ਹੈਗਾ ਕਿ ਤੁਹਾਡੀ ਉੱਥੇ ਜੌਬ ਕਿੱਦਾਂ ਲਏਗੇ। ਹਰਨੀਤ ਓਵਰਸੀਜ਼ ਪਾਥਵੇ ਐਜੂਕੇਸ਼ਨ ਨੇ ਉੱਥੇ ਸਿਸਟਮ ਆਪਣਾ ਸੈੱਟ ਕਰ ਚੁੱਕੇ ਆ। ਸਾਡਾ ਆਫਿਸ ਉੱਥੇ ਹੈਗਾ, ਸਾਡੇ EMPLOYEES ਉੱਥੇ ਹੈਗੇ ਆ। ਤੁਹਾਡੀ ਉੱਥੇ ਜਿਹੜੀ ਜੌਬ ਓਪਰਚੁਨਿਟੀਜ਼ ਹੈ ਸਾਡੇ, ਤੁਸੀਂ ਸਿਰਫ ਸਾਨੂੰ ਰਿਜ਼ਿਊਮ ਸੈਂਡ ਕਰਨਾ, ਤੁਹਾਨੂੰ ਉੱਥੋਂ ਐਪਲੀਕੇਸ਼ਨ ਪ੍ਰੋਸੈਸਿੰਗ ਦੀ ਤੁਹਾਡੀ ਸਾਰੀ ਉੱਥੋਂ ਮੇਲ ਆ ਜਾਏਗੀ ਤੁਹਾਨੂੰ ਕਿ ਤੁਹਾਡੀ ਐਪਲੀਕੇਸ਼ਨ ਐਲੀਜੀਬਲ ਹੋ ਰਹੀ ਹੈ ਕਿ ਨਹੀਂ ਹੋ ਰਹੀ। ਇਹਦੇ ਵਿੱਚ ਐਲੀਜੀਬਿਲਟੀ ਤੁਹਾਡੀ ਉੱਥੋਂ ਪਹਿਲੀ ਜੌਬ ਆਫਰ ਤੁਹਾਨੂੰ ਲੈ ਕੇ ਦੇਣੀ, ਉਹ ਸਾਡਾ ਕੰਮ ਹੈ। ਤੁਹਾਡੀ ਜੌਬ ਜਿਹੜੀ ਹੈਗੀ ਆ ਅਗਰ ਉਹ ਲਾਇਸੈਂਸ ਕੰਪਨੀ ਦੇ ਵਿੱਚ ਹੈਗੀ ਹੈ ਤੇ ਤੁਹਾਨੂੰ 20 ਪੁਆਇੰਟ ਮਿਲਦੇ ਆ। ਪਹਿਲੇ 20 ਪੁਆਇੰਟ ਤੁਹਾਨੂੰ ਤੁਹਾਡੀ ਜੌਬ ਦੇ ਮਿਲਦੇ ਆ। ਅਗਰ ਉਹ ਜੌਬ ਤੁਹਾਨੂੰ ਲਾਇਸੈਂਸ ਕੰਪਨੀ 'ਚ ਨਹੀਂ ਮਿਲਦੀ ਤਾਂ 20 ਪੁਆਇੰਟ ਨਹੀਂ ਮਿਲਣਗੇ। ਸੋ ਆਪਾਂ ਕੈਲਕੂਲੇਸ਼ਨ ਆਪਣੇ ਆਪ ਨੂੰ ਅਸੈਸਮੈਂਟ ਕਰਨ ਲਈ ਇਹਨੂੰ ਧਿਆਨ 'ਚ ਰੱਖਦੇ ਜਾਓ। ਪਹਿਲੇ 20 ਪੁਆਇੰਟ ਤੁਹਾਨੂੰ ਉੱਥੇ ਲਾਇਸੈਂਸ ਕੰਪਨੀ 'ਚ ਜੌਬ ਚਾਹੀਦੀ ਹੈ ਜਿਹਦੀ ਤੁਹਾਡੀ ਹੈਲਪ ਕਰਨਗੇ ਅਸੀਂ। ਦੂਸਰੇ 20 ਪੁਆਇੰਟ ਤੁਹਾਨੂੰ ਮਿਲਦੇ ਆ ਉੱਥੇ ਪੋਜੀਸ਼ਨ ਤੁਹਾਡੀ ਜੌਬ ਤੇ ਲੱਗੀ। ਹੁਣ ਤੁਹਾਡੀ ਜੌਬ ਕਾਹਦੀ ਕਿਸ ਫੀਲਡ 'ਚ ਲੱਗੀ ਹੈ। ਅਗਰ ਮੰਨ ਲੈਂਦੇ ਆਪਾਂ ਇੰਜੀਨੀਅਰਿੰਗ ਹੈ ਜਾਂ ਤੁਸੀਂ ਬਿਜ਼ਨਸ ਮੈਨੇਜਰ ਦੀ ਜੌਬ 'ਚ ਜਾ ਰਹੇ ਹੋ ਜਾਂ ਅਸਿਸਟੈਂਟ ਦੀ ਜੌਬ 'ਚ ਜਾ ਰਹੇ ਹੋ ਜਾਂ ਅਗਰ ਤੇ ਤੁਹਾਡੀ ਮੈਨੇਜਰ ਜਾਂ ਡਾਇਰੈਕਟਰ ਲੈਵਲ ਦੀ ਜੌਬ ਹੈ। ਹੁਣ ਇਹਦੇ ਲਈ ਤੁਸੀਂ ਸੋਚ ਸਕਦੇ ਹੋ ਅਗਰ ਮੈਨੇਜਰ ਲੈਵਲ ਦੀ ਜੌਬ ਤੁਹਾਨੂੰ ਚਾਹੀਦੀ ਹੈ ਤੁਹਾਨੂੰ ਮਾਸਟਰਸ ਉੱਥੇ ਕਰਨੀ ਪਏਗੀ। ਮੈਂ ਫੇਰ ਕਹਿੰਦਾ ਪਿਆ ਜਿਹੜੇ ਬੱਚੇ ਬੈਚਲਰ ਲਈ ਜਾ ਰਹੇ ਆ ਆਰਟਸ ਦੇ, ਬਿਜ਼ਨਸ ਦੇ, ਕਾਮਰਸ ਦੇ, ਅਕਾਊਂਟਿੰਗ ਦੇ ਲਈ ਉਹਨਾਂ ਨੂੰ ਉੱਥੇ ਮਾਸਟਰਸ ਕਰਨੀ ਪਏਗੀ। ਧਿਆਨ ਦੇ ਨਾਲ ਸੁਣੋ, ਮੈਂ ਕੋਈ ਚੀਜ਼ ਗਲਤ ਨਹੀਂ ਬੋਲਦਾ ਪਿਆ, ਤੁਹਾਨੂੰ ਬੜੇ ਕਲੀਅਰਲੀ ਦੱਸਦਾ ਪਿਆ। ਜਿਹੜੇ ਬੱਚੇ ਪੱਕੇ ਹੋਣਾ ਚਾਹੁੰਦੇ ਯੂਕੇ ਦੇ ਵਿੱਚ ਉਹਨਾਂ ਨੂੰ 3 ਸਾਲ ਦੀ ਸਟੱਡੀਜ਼ ਐਜੂਕੇਸ਼ਨ ਬੈਚਲਰ ਡਿਗਰੀ ਤੋਂ ਬਾਅਦ ਚੋਂ ਜਿਹੜੀ 1 ਸਾਲ ਦੀ ਅਗਰ ਉਹ ਮਾਸਟਰਸ ਕਰ ਲੈਣਗੇ
ਉਹਦੇ ਲਈ ਉਹ ਬੈਸਟ ਚੀਜ਼ ਉਹਨਾਂ ਦੀ ਹੋਏਗੀ। ਯੂਨੀਵਰਸਿਟੀ ਆਫ ਲਾ ਜਿਹੜੀ ਹੈਗੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਉਹ 3 ਸਾਲ ਦੀ ਡਿਗਰੀ ਤੇ ਨਾਲ 1 ਸਾਲ ਦੀ ਮਾਸਟਰ ਫ੍ਰੀ ਆਫ ਕਾਸਟ ਤੁਹਾਨੂੰ ਦੇ ਰਹੀ ਹੈ। 3 ਸਾਲ ਦੀ ਡਿਗਰੀ ਨਾਲ 1 ਸਾਲ ਦੀ ਮਾਸਟਰ ਤੁਹਾਨੂੰ ਫ੍ਰੀ ਆਫ ਕਾਸਟ ਦੇ ਰਹੀ ਹੈ। ਹੁਣ ਜਿਹੜੇ ਬੱਚੇ ਇੱਥੋਂ ਆਰਟਸ ਦੇ ਵਿੱਚ, ਕਾਮਰਸ ਦੇ ਵਿੱਚ, ਜਿਹੜੇ ਬੱਚੇ ਲਾਅ ਦੇ ਵਿੱਚ, ਈਵਨ ਜਿਹੜੇ ਬੱਚੇ ਅਕਾਊਂਟਿੰਗ ਦੇ ਵਿੱਚ, ਬਿਜ਼ਨਸ ਦੇ ਵਿੱਚ, ਗਲੋਬਲ ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਜਾ ਰਹੇ ਆ, ਉਹਨਾਂ ਸਾਰਿਆਂ ਨੂੰ ਮਾਸਟਰ ਜਿਹੜੀ ਮੈਨੇਜਰ ਦੀ ਪੋਸਟ ਲੈਣ ਦੇ ਲਈ ਤੁਹਾਨੂੰ ਮਾਸਟਰਸ ਕਰਨੀ ਪਏਗੀ ਉੱਥੇ। ਜਾਂ ਤੁਸੀਂ ਇੰਨੇ ਜ਼ਿਆਦਾ ਇੰਟੈਲੀਜੈਂਟ ਹੋਵੋਗੇ ਕਿ ਬੈਚਲਰ ਤੋਂ ਬਾਅਦ ਜਿਹੜੀ ਤੁਹਾਡੀ 2 ਸਾਲ ਪੋਸਟ ਸਟੱਡੀ ਵਰਕ ਪਰਮਿਟ ਮਿਲਿਆ, ਉਹਦੇ ਵਿੱਚ ਤੁਹਾਨੂੰ ਮੈਨੇਜਰ ਦੀ ਜੋਬ ਮਿਲ ਜਾਵੇ, ਤਾਂ ਕਿ ਤੁਹਾਡੀ ਜਦੋਂ ਟਾਇਰ 2 ਅਪਲਾਈ ਕਰੋ, ਤੁਹਾਡੀ ਜੋਬ ਜਿਹੜੀ ਲੱਗੇ ਉਹ ਮੈਨੇਜਰ ਪੋਜੀਸ਼ਨ ਦੀ ਹੋਵੇ, ਤਾਂ ਤੁਹਾਨੂੰ 20 ਪੁਆਇੰਟ ਉਹਦੇ ਮਿਲਦੇ ਆ। ਪਹਿਲੇ 20 ਪੁਆਇੰਟ ਤੁਹਾਨੂੰ ਮਿਲੇ ਲਾਇਸੈਂਸ ਹੋਲਡਰ ਕੰਪਨੀ ਦੇ, ਉਹਦੇ 20 ਪੁਆਇੰਟ, ਉਹਨੂੰ ਤੁਹਾਨੂੰ ਜੋਬ ਆਫਰ ਮਿਲ ਗਈ, ਉਹਦੇ 20 ਪੁਆਇੰਟ ਮਿਲ ਗਏ। ਹੁਣ ਉਸ ਜੋਬ ਆਫਰ ਦੇ ਵਿੱਚ ਅਗਰ ਤੁਹਾਡੀ ਪੋਜੀਸ਼ਨ ਮੈਨੇਜਰ ਦੀ ਹੈ ਜਾਂ ਡਾਇਰੈਕਟਰ ਦੀ ਹੈ, 20 ਪੁਆਇੰਟ ਤੁਹਾਨੂੰ ਤਾਂ ਮਿਲਦੇ। ਨੈਕਸਟ 20 ਪੁਆਇੰਟ 40 ਪੁਆਇੰਟ ਹੋ ਗਏ। ਨੈਕਸਟ ਜਿਹੜੇ 20 ਪੁਆਇੰਟ ਹੈਗੇ ਆ ਉਹ ਤੁਹਾਨੂੰ ਤਾਂ ਮਿਲਦੇ ਜੇ ਤੁਹਾਡੀ ਸੈਲਰੀ 25,600 ਪਾਉਂਡ ਤੋਂ ਉੱਪਰ ਹੈ ਸਾਲਾਨਾ। ਐਨੂਅਲ ਸੈਲਰੀ 25,600 ਤੋਂ ਉੱਪਰ ਹੈ। ਹੁਣ ਜਿਹੜੇ ਤੁਹਾਡੇ ਐਨੂਅਲ ਸੈਲਰੀ 25,600, ਜਿੰਨੇ ਉੱਥੇ ਤੁਸੀਂ ਜੌਬ ਪੋਰਟਲਸ ਜਿੰਨੇ ਉੱਥੇ ਦੇਖ ਲਓਗੇ, ਉੱਥੇ ਜਿੰਨੀਆਂ ਸੈਲਰੀਜ਼ ਦੇਖ ਲਓਗੇ, ਕਿਸੇ ਦੀ ਵੀ ਸੈਲਰੀ ਜਿਹੜੀ ਹੈਗੀ ਆ ਉਹ 30,000 ਤੋਂ ਘੱਟ ਨਹੀਂ ਹੈ। ਚਾਹੇ ਤੁਸੀਂ ਬੈਚਲਰ ਕੀਤੀ ਹੈ, ਚਾਹੇ ਤੁਸੀਂ ਕੋਈ ਅਸਿਸਟੈਂਟ ਹੈ। ਜਿੰਨੇ ਬੱਚੇ ਇੰਜੀਨੀਅਰਿੰਗ ਕਰਨਗੇ ਉਹਨਾਂ ਸਾਰਿਆਂ ਦੀ ਸੈਲਰੀ, ਚਾਹੇ ਉਹ ਟੈਕਨੀਸ਼ੀਅਨ, ਅਸਿਸਟੈਂਟ ਟੈਕਨੀਸ਼ੀਅਨ ਹੀ ਕੋਈ ਨਹੀਂ ਹੈਗਾ, ਚਾਹੇ ਉਹ ਸਿਸਟਮ ਇੰਜੀਨੀਅਰ ਹੈਗਾ, ਕਿਸੇ ਵੀ ਤਰ੍ਹਾਂ ਦੀ ਪੋਸਟ ਹੈ, ਅਸਿਸਟੈਂਟ ਟੈਕਨੀਸ਼ੀਅਨ ਹੈਗਾ, ਅਸਿਸਟੈਂਟ ਦੇ ਵਿੱਚ ਵੀ ਤੁਹਾਡੀ ਜਿਹੜੀ ਸੈਲਰੀ ਹੈ ਦੈਟ ਇਜ਼ 25,600 ਤੋਂ ਅਬਵ ਹੀ ਹੈ। ਮੀਨਸ ਕਿ ਇਹਦੇ 20 ਪੁਆਇੰਟ ਵੀ ਤੁਹਾਡੇ ਪੂਰੇ ਹੋ ਗਏ। ਤੁਹਾਡੇ 60 ਪੁਆਇੰਟ ਹੋ ਜਾਂਦੇ ਜੇ ਤੁਹਾਨੂੰ ਕੰਪਨੀ ਉੱਥੇ ਲਾਇਸੈਂਸ ਹੈਗੀ ਆ, ਤੁਹਾਡੀ ਜੌਬ ਉੱਥੇ ਮੈਨੇਜਰ ਲੈਵਲ ਦੀ ਹੈਗੀ ਆ, ਤੇ ਤੁਹਾਡੀ ਸੈਲਰੀ ਜਿਹੜੀ ਹੈਗੀ ਆ 25,600 ਤੋਂ ਅਬਵ ਹੈ। 10 ਪੁਆਇੰਟ ਤੁਹਾਡੇ ਜਿਹੜੇ ਅਗਲੇ ਬਣਦੇ ਆ, ਉਹ ਬਣਦੇ ਹੈਗੇ ਆ ਇੰਗਲਿਸ਼ ਇੰਗਲਿਸ਼ ਦੇ। ਇੰਗਲਿਸ਼ ਲੈਂਗੁਏਜ ਤੁਹਾਡੀ ਜਿਹੜੀ ਹੈਗੀ ਆ, ਉਹਦੇ ਵਿੱਚ ਵੀ ਫਿਰ ਆਇਲਸ ਦੀ ਜ਼ਰੂਰਤ ਨਹੀਂ ਹੈਗੀ। ਫਿਰ ਮੈਂ ਬਾਰ-ਬਾਰ ਕਹਿੰਦਾ, ਉਹਦੇ ਵਿੱਚ ਵੀ ਤੁਹਾਡੀ ਆਇਲਸ ਦੀ ਜ਼ਰੂਰਤ ਨਹੀਂ ਹੈ। ਤੁਸੀਂ ਵਿਦਆਊਟ ਆਇਲਸ ਵੀ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਉਹਦਾ ਸਿਸਟਮ ਕੀ ਹੈਗਾ? ਉਹਦਾ ਸਿਸਟਮ ਇਹ ਹੈਗਾ ਕਿ ਤੁਹਾਡੇ ਅਗਰ +2 ਦੇ ਵਿੱਚੋਂ ਪਰਸੈਂਟੇਜ ਇਹੋ ਹੀ ਜਿੱਦਾਂ ਅੱਜ MOI ਬੇਸ ਤੇ ਅਗਰ ਤੁਸੀਂ ਉਹਦੇ ਵਿੱਚ ਇਹ ਦਿਖਾ ਰਹੇ ਹੋ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਰਹੇ ਹੋ ਵਿਦਆਊਟ ਆਇਲਸ, ਇਹੀ ਯੂਨੀਵਰਸਿਟੀ ਇਹੋ ਹੀ ਅੱਗੇ ਪੁਆਇੰਟ ਬੇਸ ਸਿਸਟਮ ਦੇ ਵਿੱਚ ਵੀ ਤੁਹਾਨੂੰ 10 ਪੁਆਇੰਟ ਦੇ MOI ਬੇਸ ਤੇ ਮਿਲ ਸਕਦੇ ਆ ਕਿ ਤੁਹਾਡਾ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਸੀ ਉਹ ਇੰਗਲਿਸ਼ ਸੀ। ਅਗਰ ਤੁਸੀਂ +2 ਨਹੀਂ ਕੀਤੀ ਦੈਨ ਯੂ ਹੈਵ ਟੂ ਡੂ ਆਇਲਸ 6 ਬੈਂਡ ਤੁਹਾਨੂੰ ਚਾਹੀਦੇ ਆ 5.5 ਈਚ, ਤਾਂ ਕਿ ਤੁਹਾਡੇ 10 ਪੁਆਇੰਟ ਉਹਦੇ ਵਿੱਚ ਬਣਦੇ ਆ। 70 ਪੁਆਇੰਟ ਤੁਹਾਡੇ ਪੂਰੇ ਹੋ ਜਾਂਦੇ ਇਸ ਤਰੀਕੇ ਨਾਲ। ਹੁਣ ਬਾਈ ਚਾਂਸ ਆਪਾਂ ਗੱਲ ਕਰਦੇ ਹਾਂ ਕਿ ਉੱਪਰ 70 ਪੁਆਇੰਟ ਵਿੱਚੋਂ ਸਾਨੂੰ ਇੱਕ ਅੱਧੀ ਚੀਜ਼ ਮਿਸ ਹੋ ਗਈ, ਲਾਈਕ ਤੁਹਾਨੂੰ ਮੈਨੇਜਰ ਦੀ ਜੌਬ ਨਹੀਂ ਮਿਲੀ ਜਾਂ ਤੁਹਾਨੂੰ ਲਾਇਸੈਂਸ ਕੰਪਨੀ 'ਚ ਜੌਬ ਨਹੀਂ ਮਿਲੀ। ਹੁਣ ਉਹਦੇ ਵਿੱਚ ਅਸੀਂ ਅਗਲੇ 20 ਪੁਆਇੰਟ ਸਾਨੂੰ ਮਿਲਦੇ, ਸਾਨੂੰ ਸ਼ਾਰਟ ਸਕਿੱਲ ਦੇ ਵਿੱਚ ਅਗਰ ਸਾਡੀ ਸਕਿੱਲ ਜਿਹੜੀ ਹੈਗੀ ਆ ਸ਼ਾਰਟ ਲਿਸਟਰ ਦੇ ਵਿੱਚ ਹੈਗੀ ਆ। ਸ਼ਾਰਟ ਲਿਸਟ ਸਕਿੱਲ ਦੇ ਵਿੱਚ ਵੀ ਤੁਸੀਂ ਗੂਗਲ ਕਰਨਾ, ਗੂਗਲ ਦੇ ਵਿੱਚ ਤੁਸੀਂ ਲਿਖਣਾ ਸ਼ਾਰਟ ਸਕਿੱਲ ਲਿਸਟ ਆਫ ਦਾ UK, ਤੁਹਾਨੂੰ ਉਹਦੇ ਵਿੱਚ ਤਕਰੀਬਨ 20-25 ਤਰ੍ਹਾਂ ਦੇ ਸ਼ਾਰਟ ਸਕਿੱਲ ਦੇ ਵਿੱਚ ਆ ਜਾਂਦੇ ਆ। ਤੁਸੀਂ ਉਹਦੇ ਵਿੱਚ ਵੀ ਆਪਣੇ ਆਪ ਨੂੰ ਚੈੱਕ ਕਰ ਸਕਦੇ ਹੋ ਕਿ ਤੁਸੀਂ ਉਹ 'ਚ ਆ ਰਹੇ ਕਿ ਨਹੀਂ ਆ ਰਹੇ। ਜਿੰਨੇ ਇੰਜੀਨੀਅਰਿੰਗ ਹੈ ਉਹ ਸਾਰੇ ਉਹਦੇ ਵਿੱਚ ਆ ਰਹੇ ਆ, ਜਿੰਨੇ ਨਰਸਿਸ ਹੈ ਸਾਰੇ ਆ ਰਹੇ, ਸੈਕੰਡਰੀ ਟੀਚਰਸ ਆ ਰਹੇ ਆ, ਸਾਈਕੋਲੋਜਿਸਟ ਆ ਰਹੇ ਆ, ਫਿਰ ਲੈਬ ਟੈਕਨੀਸ਼ੀਅਨ ਦੇ ਵਿੱਚ ਵੀ ਕੁਝ ਟੈਕਨੀਕਲ ਅਸਿਸਟੈਂਟ ਜਿਹੜੇ ਹੈਗੇ ਉਹ ਵੀ ਸ਼ਾਰਟ ਸਕਿੱਲ ਦੇ ਵਿੱਚ ਆ ਰਹੇ ਆ, ਆਰਟਿਸਟ ਆ ਰਹੇ ਆ, ਮਿਊਜ਼ੀਸ਼ੀਅਨ ਆ ਰਹੇ ਆ, ਕੁੱਕ ਆ ਰਹੇ ਆ, ਸ਼ੈਫ ਆ ਰਹੇ ਆ। ਇਸ ਤਰ੍ਹਾਂ ਦੀਆਂ ਘੱਟੋ ਘੱਟ 40-45 ਤੁਹਾਡੇ ਕੋਲ ਲਿਸਟ ਦੇ ਵਿੱਚ ਨਾਮ ਹੈਗੇ ਜਿਹੜੇ ਤੁਹਾਡੇ ਉਹਦੇ ਵਿੱਚ ਆਉਂਦੇ ਆ, ਤੇ ਤੁਹਾਨੂੰ 20 ਪੁਆਇੰਟ ਉਹਦੇ ਐਕਸਟਰਾ ਮਿਲਦੇ ਆ। ਫੋਰ ਐਗਜ਼ਾਮਪਲ ਮੈਂ ਕਹਿੰਦਾ ਕਿ ਤੁਹਾਡੇ 20 ਪੁਆਇੰਟ ਉਹ ਵੀ ਨਹੀਂ ਤੁਹਾਨੂੰ ਨਹੀਂ ਬਣੇ, ਤੁਹਾਡੇ ਫਿਰ ਵੀ 70 ਪੁਆਇੰਟ ਪੂਰੇ ਨਹੀਂ ਹੋ ਰਹੇ। ਇਸ ਤੋਂ ਬਾਅਦ ਤੁਸੀਂ ਜਿਹੜੀ PhD, ਅਗਰ ਕਈ ਪ੍ਰੋਫੈਸਰ ਆ ਇੱਥੇ ਜਿਨ੍ਹਾਂ ਨੇ PhD ਕੀਤੀ ਹੋਈ ਹੈ, ਡਾਕਟਰਸ ਆ ਜਿਨ੍ਹਾਂ ਨੇ PhD ਕੀਤੀ ਹੋਈ ਆ, ਉਹਨਾਂ ਨੂੰ 20 ਪੁਆਇੰਟ ਐਕਸਟਰਾ ਮਿਲਦੇ ਆ ਉਹਨਾਂ ਦੀ PhD ਅਗਰ PhD ਉਹਨਾਂ ਦੀ STEM ਦੇ ਵਿੱਚ ਹੈ। STEM STEM ਹੁੰਦਾ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ। ਅਗਰ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ, ਜਿਹੜੀ ਉਹਨਾਂ ਨੇ PhD ਕੀਤੀ ਹੋਈ ਆ, ਉਹ ਇਸ ਦੇ ਵਿੱਚ ਹੈਗੀ ਆ, ਤੇ ਦੈਨ ਤੁਹਾਨੂੰ ਉਹਦੇ ਵੀ ਅੱਗੇ ਪੁਆਇੰਟ ਮਿਲਦੇ ਆ। ਸੋ ਇਟਸ ਬੈਟਰ ਕਿ ਤੁਸੀਂ ਜਦੋਂ ਇੰਨੇ ਤੁਹਾਡੇ ਪੁਆਇੰਟ ਪੂਰੇ ਹੋ ਗਏ, ਤੁਸੀਂ ਉੱਥੇ ਟਾਇਰ 2 ਵੀਜ਼ਾ ਲੈ ਰਹੇ, ਟੀਅਰ 2 ਵੀਜ਼ਾ। ਟੀਅਰ 2 ਵੀਜ਼ੇ ਤੋਂ 3 ਸਾਲ ਤੁਹਾਨੂੰ ਟੀਅਰ 2 ਵੀਜ਼ੇ ਦੇ ਵਿੱਚ ਰਹਿਣਾ ਪੈਂਦਾ, ਤੇ ਦੈਨ ਇਟ ਵਿਲ ਬੀ ਟੀਅਰ 1। ਟੀਅਰ 1 ਇਜ਼ ਏ ਇਨਫਿਨਿਟੀ ਲੀਵ, ਜਿਹਨੂੰ PR ਕਹਿੰਦੇ ਆ ਸਿੰਪਲ ਭਾਸ਼ਾ ਦੇ ਵਿੱਚ। ਸੋ ਦੋਸਤੋ, ਜਿਹੜਾ ਨੂੰ ਇਹ ਭੁਲੇਖਾ ਹੈਗਾ ਕਿ UK ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦਿੰਦਾ, ਉਹ ਮੇਰੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਓ। ਜੋ ਚੀਜ਼ ਮੈਂ ਇਹ 'ਚ ਕਹਿ ਰਿਹਾ ਫੈਕਟਫੁਲ ਹੈਗੀ ਹੈ। ਤੁਹਾਨੂੰ ਇਹ ਚੀਜ਼ਾਂ ਗੂਗਲ ਦੇ ਵਿੱਚ UK ਦੀ ਸਾਈਟ ਦੇ ਵਿੱਚ gov.uk ਦੀ ਸਾਈਟ ਤੁਸੀਂ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਜਾ ਕੇ ਸਰਚ ਕਰੋਗੇ ਤੁਹਾਨੂੰ ਉਹ 'ਚ ਮਿਲ ਜਾਣਗੀਆਂ। ਕੋਈ ਵੀ ਚੀਜ਼ ਇਹਦੇ ਵਿੱਚ ਫੈਕਟ ਤੋਂ ਪਿੱਛੇ ਨਹੀਂ ਹੈਗੀ। ਸੋ ਜਿਹੜੇ ਬੱਚੇ ਇਸ ਵੇਲੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ,
फ्री च ऑफर लैटर अप्लाई करना चाहते हैं, सेंड अस द डॉक्यूमेंट 10वीं 12वीं आयल्स पासपोर्ट, अगर कोई रिफ्यूजल्स हैगी है, कोई गैप जस्टिफिकेशन हैगी वो नाल भेजो, WhatsApp कर दो, ईमेल कर दो। ਸਾਡੇ ਫੋਨ ਨੰਬਰਸ ਇਹਦੇ ਵਿੱਚ ਮੈਂਸ਼ਨ ਹੈਗੇ ਆ। ਉਹਦੇ ਵਿੱਚ ਅਗਰ ਤੁਸੀਂ ਸਾਨੂੰ ਚਾਹੁੰਦੇ ਹੋ ਕਿ ਅਸੀਂ ਕਾਲ ਬੈਕ ਕਰੀਏ ਤਾਂ ਅਸੀਂ ਤੁਹਾਨੂੰ ਕਾਲ ਬੈਕ ਕਰ ਦਾਂਗੇ, ਆਪਣੇ ਨੰਬਰ ਸਾਡੇ ਕੋਲ ਛੱਡ ਦਿਓ। ਉਸ ਤੋਂ ਬਾਅਦ 'ਚੋਂ ਸੈਕਿੰਡ ਚੀਜ਼ ਹੈ, ਜਿਹੜੇ ਇੰਜੀਨੀਅਰਿੰਗ ਹੈਗੇ ਆ, ਕੁੱਕ ਹੈ, ਸ਼ੈਫ ਹੈ, ਮੈਡੀਕਲ ਪ੍ਰੈਕਟੀਸ਼ਨਰਸ ਹੈਗੇ ਆ, ਸਿੱਧੇ ਪੁਆਇੰਟ ਬੇਸ ਸਿਸਟਮ ਦੇ ਲਈ ਅਪਲਾਈ ਕਰਨਾ ਚਾਹੁੰਦੇ ਫੈਮਿਲੀ ਦੇ ਨਾਲ, ਉਹ ਸਾਨੂੰ ਆਪਣੇ ਸੰਪਰਕ ਕਰਨ। UK ਤੋਂ ਸਾਡਾ ਆਫਿਸ ਉਹਨਾਂ ਦੀ ਫਾਈਲ ਪ੍ਰੋਸੈਸ ਕਰੇਗਾ ਔਰ ਉਹਦੇ ਵਿੱਚ ਤੁਹਾਨੂੰ ਹਰ ਉਹ ਫੈਸਿਲਿਟੀ ਦਿੱਤੀ ਜਾਏਗੀ ਜਿਹੜੀ UK ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਤੁਹਾਡੀ ਰਿਕੁਆਇਰਮੈਂਟ ਹੈਗੀ। ਜਿਹੜੇ 70 ਪੁਆਇੰਟਸ ਤੁਹਾਡੇ ਪੂਰੇ ਕਰਨੇ, ਉਹ ਪੂਰੇ ਕਿੱਦਾਂ ਹੋਣੇ, ਵੀ ਵਿਲ ਹੈਲਪ ਯੂ ਆਊਟ। ਅਸੀਂ ਇਹਦੇ 'ਚ ਤੁਹਾਡੇ ਹਰ ਜਿਹੜੇ ਪੁਆਇੰਟ ਆ ਕੈਲਕੂਲੇਸ਼ਨ ਦੇ ਧਿਆਨ ਦੇ ਨਾਲ ਰੱਖਾਂਗੇ। ਜਿੱਥੇ ਪੁਆਇੰਟ ਘੱਟ ਰਹੇ ਆ, ਜਿੱਥੇ ਪੁਆਇੰਟ ਲੈਸ ਹੋ ਰਹੇ ਆ, ਤੁਹਾਨੂੰ ਉਹ ਪੁਆਇੰਟ ਪੂਰੇ ਕਰਨ 'ਚ ਸਹਾਇਤਾ ਕਰਾਂਗੇ। ਜੋਬ ਆਫਰ ਲੈ ਕੇ ਦੇਵਾਂਗੇ, ਮੈਨੇਜਰ ਤੱਕ ਦੀ ਜਿਹੜੀ ਪੋਜੀਸ਼ਨ ਹੈ ਮੈਨੇਜਰ ਲੈਵਲ ਤੱਕ ਦੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੀਆਂ ਉੱਥੋਂ ਇੰਟਰਵਿਊਜ਼ ਕਰਾਵਾਂਗੇ ਵੱਖਰੀ ਵੱਖਰੀ ਕੰਪਨੀ ਦੇ ਵਿੱਚ। ਤੁਹਾਡੀ ਸੈਲਰੀ ਜਿਹੜੀ ਹੈ ਉਹ ਬਾਰਗੇਨ ਕਰਕੇ 25,600 ਤੋਂ ਬਾਅਦ ਰੱਖਾਂਗੇ, ਸੋ ਦੈਟ ਕਿ ਸਾਡੇ ਜਿਹੜੇ ਪੁਆਇੰਟ ਹੈਗੇ ਆ 70 ਉਹ ਪੂਰੇ ਹੋ ਜਾਣ। UK 8 ਜੂਨ ਤੋਂ ਆਪਣੇ ਬਾਰਡਰਸ ਸਟਾਰਟ ਕਰ ਰਿਹਾ, 10 ਜੁਲਾਈ ਦੇ ਆਸ-ਪਾਸ ਇੰਟਰਨੈਸ਼ਨਲ ਫਲਾਈਟਸ ਇੰਡੀਆ ਤੋਂ ਸਟਾਰਟ ਹੋ ਰਹੀਆਂ। ਸੋ ਇਟਸ ਬੈਸਟ ਟਾਈਮ ਟੂ ਅਪਲਾਈ ਫॉर ਸਪਟੈਂਬਰ ਇਨਟੇਕ। ਇੱਕੋ ਇੱਕ ਕੰਟਰੀ ਆ ਜਿਹਦਾ ਸਪਟੈਂਬਰ ਇਨਟੇਕ ਬਹੁਤ ਈਜ਼ੀ ਔਰ ਅੱਛਾ ਚੱਲੇਗਾ, ਦੈਟ ਇਜ਼ UK। ਜਿਹੜੇ ਬੱਚੇ UK ਜਾਣਾ ਚਾਹੁੰਦੇ ਆ, ਚਾਹੇ ਉਹ ਰਿਫਿਊਜ਼ਲ ਹੈ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਉਹ ਵਰਕ ਪਰਮਿਟ ਟੀਅਰ 2 ਲਈ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਉਹ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ, ਰੀਸੈਂਟ ਮੈਰਿਜ ਹੈ, ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਜਾਂ ਜਿਨ੍ਹਾਂ ਦੇ ਸਪਾਊਸ ਉੱਥੇ ਜਾ ਚੁੱਕੇ ਆ, ਡਿਪੈਂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਸਰਵਿਸਿਜ਼ ਸਾਡੀ UK ਆਫਿਸ UK ਬ੍ਰਾਂਚ ਸਾਡੀ ਦੇਗੀ। ਈਵਨ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਸੋ ਦੋਸਤੋ, ਹਰ ਚੀਜ਼ ਦੀ ਫੈਸਿਲਿਟੀ ਤੁਹਾਨੂੰ ਦੇ ਰਹੇ ਹਾਂ। ਕੈਨੇਡਾ ਆਫਿਸ ਸਾਡਾ ਲਈ ਰੈਡੀ ਆ ਤੁਹਾਡੀ ਕੈਨੇਡਾ ਦੀ ਫਾਈਲ ਪ੍ਰੋਸੈਸ ਕਰਨ ਲਈ। ਕਿੰਨੇ ਕੈਨੇਡਾ PR ਲਈ ਅਪਲਾਈ ਕਰਨਾ ਚਾਹੁੰਦੇ ਆ, ਉਹਦੇ ਲਈ ਤੁਸੀਂ ਆਪਣੇ ਰਿਜ਼ਿਊਮ ਸੈਂਡ ਕਰੋ। ਕੈਨੇਡਾ ਤੇ ਸਾਡਾ ਆਫਿਸ, ਉੱਥੇ ICCRC ਮੈਂਬਰ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਲਾਇਰਸ ਹੈਗੇ ਆ, ਕੈਨੇਡੀਅਨ ਲਾਇਰਸ ਹੈ, ਜਿਹੜੇ ਤੁਹਾਨੂੰ ਇਮੀਗ੍ਰੇਸ਼ਨ ਲਾਇਰਸ ਹੈ, ਜਿਹੜੇ ਤੁਹਾਡਾ ਫਾਈਲ ਅਸੈਸ ਕਰਕੇ ਤੁਹਾਨੂੰ ਕੈਨੇਡਾ ਦੀ ਐਗਜ਼ੈਕਟ ਜਾਣਕਾਰੀ ਦੇਣਗੇ ਕਿ ਤੁਹਾਡਾ ਕੇਸ ਕਿੱਥੇ ਕਿਸ ਤਰੀਕੇ ਦੇ ਨਾਲ ਅਪਲਾਈ ਹੋ ਸਕਦਾ। UK PR ਅਸੀਂ ਕਰ ਰਹੇ ਹਾਂ, ਆਸਟ੍ਰੇਲੀਆ PR ਅਸੀਂ ਕਰ ਰਹੇ ਹਾਂ। ਆਸਟ੍ਰੇਲੀਆ PR ਦੇ ਲਈ ਸਾਡਾ ਆਫਿਸ ਆਸਟ੍ਰੇਲੀਆ ਦੇ ਵਿੱਚ ਹੈ, ਜਿੱਥੇ ਸਾਡੇ ਨਾਲ ਉੱਥੇ ਮਾਰਾ ਏਜੰਟ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਤੁਹਾਡੇ ਕੇਸ ਨੂੰ ਆਸਟ੍ਰੇਲੀਆ ਲਈ ਪ੍ਰੋਸੈਸ ਕਰਨਗੇ। ਸੋ ਦੋਸਤੋ, ਆਈ ਹੋਪ ਇਹ ਤੁਹਾਨੂੰ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਕਰੋਗੇ, ਇਹਦੀ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਓਗੇ, ਤਾਂ ਕਿ ਤੁਸੀਂ ਜੇ ਫਿਰ ਮੈਂ ਗੱਲ ਕਰਦਾ ਕਿ ਪੁਆਇੰਟ ਜਿਹੜੇ ਇਹਦੇ ਨਾਲ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਤੁਹਾਨੂੰ ਚਾਹੀਦੀ ਹੈ, ਤੁਹਾਡੀ ਐਲੀਜੀਬਿਲਿਟੀ ਬਣ ਰਹੀ ਹੈ, ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਫੀਸ ਆਫਟਰ ਵੀਜ਼ਾ ਦੀ ਵੀ ਆਪਸ਼ਨ ਤੁਹਾਨੂੰ ਦਿੱਤੀ ਜਾਏਗੀ। ਹਰੇਕ ਤਰ੍ਹਾਂ ਨਾਲ ਘੱਟੋ ਘੱਟ ਖਰਚੇ 'ਤੇ ਤੁਸੀਂ UK ਕਿੱਦਾਂ ਜਾਈਏ। ਇਸ ਵੇਲੇ ਜਿਹੜੀ ਮਿਨੀਮਮ ਫੀਸ ਜਿਹੜੀ ਹੈਗੀ ਹੈ UK ਦੇ ਹਰੇਕ ਯੂਨੀਵਰਸਿਟੀ ਨੇ, ਉਹ ਪਹਿਲਾਂ ਜਿਹੜੇ UK ਦੀਆਂ ਯੂਨੀਵਰਸਿਟੀਆਂ ਜਿੱਦ 'ਤੇ ਸੀਗੀਆਂ, ਨਹੀਂ ਜੀ ਅਸੀਂ ਪੂਰੀ ਫੀਸ ਸਾਲ ਦੀ ਚਾਹੀਦੀ ਹੈ ਜਾਂ 10,000 ਪਾਉਂਡ ਚਾਹੀਦਾ, ਉਹ ਵੀ ਘਟਿਆ ਹੋਇਆ ਕਾਫੀ। ਕਈ ਯੂਨੀਵਰਸਿਟੀਜ਼ ਤੁਹਾਡਾ ਕੈਸ਼ ਤੁਹਾਨੂੰ 3,000 ਪਾਉਂਡ ਤੇ 4,000 ਪਾਉਂਡ ਤੇ 5,000 ਪਾਉਂਡ ਤੇ ਪ੍ਰੋਵਾਈਡ ਕਰ ਰਹੀਆਂ। ਫੰਡਸ ਨੂੰ ਲੈ ਕੇ ਬਹੁਤ ਲੀਨੀਅੰਸੀ ਚੱਲਦੀ ਪਈ ਹੈ, ਯੂਨੀਵਰਸਿਟੀਜ਼ ਫੰਡ ਨੂੰ ਲੈ ਕੇ ਸਟ੍ਰਿਕਟਨੈਸ ਨਹੀਂ ਹੈਗੀਆਂ। ਫੰਡਸ ਪਰ ਫਿਰ ਵੀ ਅੰਬੈਸੀ ਦੇ ਲਈ ਚਾਹੀਦੇ ਆ, 28 ਦਿਨ ਪੁਰਾਣੇ ਚਾਹੀਦੇ ਆ, ਦੈਟ ਇਜ਼ ਮੈਨੇਜੇਬਲ, ਕੋਈ ਪ੍ਰੋਬਲਮ ਵਾਲੀ ਨਹੀਂ ਹੈ। ਫਰੈਸ਼ ਵੀ ਅਗਰ ਤੁਸੀਂ ਫੰਡ ਤੁਹਾਡੇ ਕੋਲ ਹੈਗੇ ਆ, ਫਰੈਸ਼ ਫੰਡ ਪਾਓ, 28 ਦਿਨ ਬਾਅਦ ਆਪਾਂ ਫਾਈਲ ਲਗਾ ਸਕਦੇ ਹਾਂ। ਸੋ ਰਸ਼ ਤੋਂ ਬਚੋ, ਪਹਿਲਾਂ ਆਫਰ ਲੈਟਰ ਅਪਲਾਈ ਕਰ ਦਿਓ। ਜਿਹੜੇ ਬੱਚਿਆਂ ਕੋਲ 6 ਓਵਰਆਲ ਹੈਗੇ ਆ, 2 ਚੋਂ 5.5 ਆ, ਉਹਨਾਂ ਲਈ ਤਾਂ ਕੋਈ ਇੰਟਰਵਿਊ ਨਹੀਂ। ਹਰੇਕ ਯੂਨੀਵਰਸਿਟੀ ਨੇ ਆਪਣੇ ਦਰਵਾਜ਼ੇ ਖੁੱਲ੍ਹੇ ਹੋਏ ਆ, ਹਰ ਯੂਨੀਵਰਸਿਟੀ ਜਾ ਸਕਦੇ। ਕਿਸੇ ਬੱਚੇ ਕੋਲ ਜਿਹੜੇ ਪਰਸੈਂਟੇਜ ਘੱਟ ਹੈ, IELTS ਦੇ ਬੈਂਡ ਘੱਟ ਹੈ, ਫਾਊਂਡੇਸ਼ਨ ਪ੍ਰੋਗਰਾਮ ਵੀ ਉਹਨਾਂ ਲਈ ਮਿਲਦੇ ਪਏ ਆ, ਫਾਊਂਡੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਉਹ ਜਾ ਸਕਦੇ ਆ। ਪ੍ਰੀ ਮਾਸਟਰ ਪ੍ਰੋਗਰਾਮ ਇਸ ਵੇਲੇ ਯੂਨੀਵਰਸਿਟੀਜ਼ ਤੁਹਾਨੂੰ ਦੇ ਰਹੀਆਂ। ਉਮੀਦ ਹੈ ਇਹਦੇ ਵਿੱਚ ਤੁਹਾਨੂੰ ਮੇਰਾ ਜਿਹੜਾ ਪ੍ਰੋਗਰਾਮ ਹੈ ਅੱਛਾ ਲੱਗਾ ਹੋਵੇਗਾ। ਈਸਟ ਲੰਡਨ, ਰੋਹੈਂਪਟਨ, ਬਰਮਿੰਗਮ, ਵੈਸਟ ਲੰਡਨ, ਵੋਲਵਰਹੈਂਪਟਨ, ਪੋਲੀਮਾਊਥ, ਸਟਰਲਿੰਗ, ਮਿਡਲਸੈਕਸ, ਕਾਰਡਿਫ, ਸੇਂਟ ਮੈਰੀ, ਹਰਟਫੋਰਡਸ਼ਾਇਰ, ਲੰਡਨ, ਸਾਊਥ ਬੈਂਕ, ਚੈਸਟਰ, ਵੈਸਟ ਸਕਾਟਲੈਂਡ, ਬੈਡਫੋਰਡਸ਼ਾਇਰ, ਕੰਬਰੀਆ, ਐਂਗਲੀਆ ਰਸਕਿਨ, ਫਿਰ ਲੀਡਸ ਹੈ, ਡੀ ਮੌਂਟਫੋਰਟ ਯੂਨੀਵਰਸਿਟੀਜ਼ ਹੈ, ਫਿਰ ਬੈਡਫੋਰਡਸ਼ਾਇਰ ਹੈ, ਬੋਲਟਨ ਯੂਨੀਵਰਸਿਟੀ, ਦੈਨ ਬੈਡਫੋਰਡਸ਼ਾਇਰ, ਉਸ ਤੋਂ ਬਾਅਦ 'ਚੋਂ ਈਸਟ ਲੰਡਨ ਹੈ। ਇਹ ਸਾਰੀਆਂ ਯੂਨੀਵਰਸਿਟੀਜ਼ ਇਸ ਵੇਲੇ ਆਪਣੀ ਆਫਰ ਲੈਟਰ, ਡੀ ਮੌਂਟਫੋਰਟ ਯੂਨੀਵਰਸਿਟੀ ਦਾ ਵੈਬੀਨਾਰ ਜਿਹੜਾ ਹੈਗਾ ਅੱਜ ਸੀਗਾ ਸਵੇਰੇ ਸਾਡਾ, ਤੇ ਇਹ ਸਾਰੀ ਚੀਜ਼ ਸਾਡੀ ਚੱਲ ਰਹੀ ਹੈ, ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਸੋ ਜਿਹੜੇ UK ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ, ਫ੍ਰੀ ਆਫ ਕਾਸਟ, ਕੋਈ ਆਫਰ ਲੈਟਰ ਚਾਰਜਸ ਨਹੀਂ। ਆਪਣੇ ਡਾਕੂਮੈਂਟ ਸੈਂਡ ਕਰੋ, ਵਿਦਿਨ ਫਿਊ ਡੇਜ਼ ਤੁਹਾਨੂੰ ਜਿਹੜੀ ਹੈ 3 ਤੋਂ 4 ਵਰਕਿੰਗ ਡੇਜ਼ ਦੇ ਵਿੱਚ ਯੂਨੀਵਰਸਿਟੀਆਂ ਅਪਲਾਈ ਕਰਦੇ ਆਫਰ ਲੈਟਰ ਦੇ ਰਹੀਆਂ। ਕਈ ਯੂਨੀਵਰਸਿਟੀਆਂ 10 ਦਿਨ ਲਾ ਰਹੀਆਂ, ਕਈ 5 ਦਿਨ ਲੈ ਰਹੀਆਂ, ਡਿਪੈਂਡਿੰਗ ਔਨ ਦਾ ਯੂਨੀਵਰਸਿਟੀਜ਼। ਐਜ਼ ਸੂਨ ਐਜ਼ ਪੋਸੀਬਲ ਤੁਸੀਂ ਅਪਲਾਈ ਕਰੋਗੇ, ਐਜ਼ ਸੂਨ ਐਜ਼ ਪੋਸੀਬਲ ਤੁਹਾਡੀ ਆਫਰ ਲੈਟਰ ਮਿਲ ਜਾਏਗੀ।
ਸੋ ਦੈਟ ਕਿ ਆਪਾਂ ਅੱਗੇ ਆਉਣ ਵਾਲੇ ਦਿਨਾਂ 'ਚ ਜਲਦੀ ਤੋਂ ਜਲਦੀ ਇਹਦਾ ਐਪਲੀਕੇਸ਼ਨ ਪ੍ਰੋਸੈਸ ਕਰ ਸਕੀਏ। ਸੇਮ ਅਗਰ ਤੁਸੀਂ UK ਪਰਮਾਨੈਂਟ ਰੈਜ਼ੀਡੈਂਸੀ ਜਾਂ UK ਟੀਅਰ 2 ਵੀਜ਼ਾ ਜਿਹਨੂੰ ਪੁਆਇੰਟ ਬੇਸ ਇਮੀਗ੍ਰੇਸ਼ਨ ਸਿਸਟਮ ਕਹਿੰਦੇ ਆ ਉਹਦੇ ਲਈ ਵੀ ਅਪਲਾਈ ਕਰਨਾ ਚਾਹੁੰਦੇ ਆ ਤੇ ਮੋਸਟ ਵੈਲਕਮ ਆ। ਵੀ ਆਰ ਰੈਡੀ ਟੂ ਅਸੈਸ ਯੂ, ਵੀ ਆਰ ਰੈਡੀ ਟੂ ਸਰਵ ਯੂ। ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ। ਇਹ ਅਸੀਂ ਤੁਹਾਡੇ ਜਿਹੜੇ 70 ਪੁਆਇੰਟ ਪੂਰੇ ਕਰਨ ਲਈ ਅਸੀਂ ਬੈਠੇ ਹੋਏ ਹਾਂ। ਉਮੀਦ ਹੈ ਇਹਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ। ਕੱਲ ਫਿਰ ਤੁਹਾਨੂੰ ਮਿਲਾਂਗਾ ਨਵੇਂ ਜਿਹੜੇ ਅਪਡੇਸ਼ਨਸ ਲੈ ਕੇ। ਕੁਝ ਅਪਡੇਸ਼ਨਸ ਆਸਟ੍ਰੇਲੀਆ ਦੇ ਰਹਿੰਦੀਆਂ ਹੈਗੀਆਂ। ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਫੀਸ ਤੇ ਫੀਸ ਆਫਟਰ ਵੀਜ਼ਾ ਦੀ ਆਪਸ਼ਨ ਤੁਹਾਡੇ ਲਈ ਲੈ ਕੇ ਹਰਨੀਤ ਓਵਰਸੀਜ਼ ਤੁਹਾਡੇ ਲਈ ਓਨੈਸਟੀ ਦੇ ਨਾਲ ਹਰ ਉਹ ਚੀਜ਼ ਲੈ ਕੇ ਆਏਗਾ ਜਿਹਦੇ ਲਈ ਤੁਹਾਨੂੰ ਮਾਰਕੀਟ ਦੇ ਵਿੱਚ ਚੀਜ਼ ਉਹ ਨਹੀਂ ਮਿਲੇਗੀ। ਮਾਰਕੀਟ 'ਚ ਉਹ ਤੁਹਾਨੂੰ ਸਰਵਿਸਿਜ਼ ਨਹੀਂ ਮਿਲਣਗੀਆਂ। ਹਰੇਕ ਉਹ ਅੱਛੀ ਸਰਵਿਸ, ਅੱਛੇ ਪ੍ਰੋਡਕਟ, ਅੱਛੀ ਓਨੈਸਟੀ ਦੇ ਨਾਲ ਤੁਹਾਡੀ ਨੌਲੇਜ ਤੁਹਾਡੀ ਗੇਨ ਕਰਨ ਦੇ ਲਈ ਅਸੀਂ ਵਚਨਬੱਧ ਹੈਗੇ ਆ ਤੁਹਾਡੇ ਨਾਲ। ਉਮੀਦ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਕਰੋਗੇ ਸੋ ਦੈਟ ਕਿ ਤੁਹਾਡੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕੋਈ ਵੀ ਕੁਐਰੀ ਹੈਗੀ ਹੈ ਤੁਸੀਂ ਸਾਡੇ ਨਾਲ ਕੁਐਸਚਨ ਉਹਦਾ ਕਰੋ। ਤੁਸੀਂ ਸਾਨੂੰ ਉਹਦਾ ਕੁਐਰੀ ਭੇਜੋ। ਚਾਹੇ ਕੇਸ ਤੁਹਾਡਾ ਕਿਤੇ ਵੀ ਲੱਗਾ ਹੋਇਆ, ਸਾਡੇ ਕੋਲ ਆਪਣਾ ਕੇਸ ਪ੍ਰੋਸੈਸ ਨਹੀਂ ਵੀ ਕਰਾ ਰਹੇ, ਅਸੈਸਮੈਂਟ ਹੀ ਕਰਾ ਰਹੇ ਹੋ, ਉਹਦੇ ਲਈ ਵੀ ਮੋਸਟ ਵੈਲਕਮ ਹੈਗਾ। ਤੁਹਾਡੇ ਕੇਸ ਨੂੰ ਅਸੀਂ ਚੰਗੀ ਤਰੀਕੇ ਨਾਲ ਦੱਸ ਸਕਦੇ ਹਾਂ। ਕੈਸ਼ ਪੇਮੈਂਟ ਕਿਸੇ ਨੂੰ ਨਹੀਂ ਦੇਣੀ। ਮੈਂ ਹਰ ਵਾਰੀ ਲਾਸਟ ਵਿੱਚ ਤੁਹਾਨੂੰ ਸਮਝਾਉਣਾ ਕਿ ਕਿੱਦਾਂ ਤੁਸੀਂ ਫਰਾਡ ਤੋਂ ਬਚ ਸਕਦੇ ਹੋ। ਕੈਸ਼ ਪੇਮੈਂਟ ਕਿਸੇ ਨੂੰ ਨਹੀਂ ਦੇਣੀ। ਕੋਈ ਕੈਸ਼ ਯੂਨੀਵਰਸਿਟੀ ਦੀ ਫੀਸ ਕਿਸੇ ਕੰਸਲਟੈਂਟ ਦੇ ਬੈਂਕ ਅਕਾਊਂਟ 'ਚ ਨਹੀਂ ਪਾਣੀ। ਤੁਹਾਡੇ ਅਗਰ ਕਿਸੇ ਕੰਸਲਟੈਂਟ ਨੇ ਤੁਹਾਡਾ ਖਾਤਾ ਖੁਲਾਇਆ ਹੋਇਆ ਉਹਦੇ ਵਿੱਚ ਵੀ ਨਹੀਂ ਪਾਉਣੀ। ਤੁਸੀਂ ਆਪਣੀ ਫੀਸ ਜਿਹੜੀ ਹੈ ਯੂਨੀਵਰਸਿਟੀ ਨੂੰ ਸਿੱਧੀ ਡਾਇਰੈਕਟ ਆਪਣੇ ਬੈਂਕ ਅਕਾਊਂਟ 'ਚ ਭੇਜਣੀ ਹੈ। ਅਗਰ ਫਰਾਡ ਤੋਂ ਬਚਣਾ, ਅਗਰ ਚੀਜ਼ਾਂ ਤੋਂ ਬਚਣਾ, ਆਪਣੀ ਨੌਲੇਜ ਨੂੰ ਵਧਾਉਣਾ ਬੜਾ ਜ਼ਰੂਰੀ ਹੈ। ਆਪਣੇ ਆਪ ਨੂੰ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਕਿਸੇ ਵੀ ਝਾਂਸੇ ਵਿੱਚ ਨਹੀਂ ਆਉਣਾ ਤੁਸੀਂ। ਕਿਸੇ ਵੀ ਹੁਣ ਇਹਦੇ ਵਿੱਚ ਮੈਂ ਉਹੀ ਗੱਲ ਕਹਿੰਦਾ ਸੀ। ਮੈਂ ਬਾਰ-ਬਾਰ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੂੰ ਰਿਪੀਟ ਕਰਦਾ ਚੀਜ਼ਾਂ ਨੂੰ, ਪਰ ਫਿਰ ਵੀ ਮੈਨੂੰ ਫੋਨ ਆਉਂਦੇ ਆ ਕਿ ਅਸੀਂ ਜੀ ਉਹਨੂੰ ਇੰਨੇ ਪੈਸੇ ਦੇ ਚੁੱਕੇ ਹਾਂ, ਇੰਨੇ ਪੈਸੇ ਉਹਦੇ ਬੈਂਕ ਖਾਤੇ 'ਚ ਪਾ ਚੁੱਕੇ ਹਾਂ ਕੰਪਨੀ ਦੇ। ਕਿਉਂ ਬਈ, ਕਿਉਂ, ਕਿਸ ਕਾਰਨ? ਤੇ ਉਹ ਤੁਹਾਡੀ ਹੁਣ ਗੱਲ ਨਹੀਂ ਪੁੱਛ ਰਿਹਾ, ਤੁਹਾਨੂੰ ਫੋਨ ਨਹੀਂ ਚੱਕ ਰਿਹਾ। ਸੋ ਦਿਸ ਇਜ਼ ਰੋਂਗ। ਤੁਸੀਂ ਆਪ ਜਾ ਕੇ ਫਸਦੇ ਹੋ ਕਿਸੇ ਦੇ ਜਾਲ 'ਚ। ਸੋ ਬੈਟਰ ਹੈ ਅੱਛੀ ਸਰਵਿਸਿਜ਼, ਕਲੀਨ ਕੰਪਨੀਜ਼ ਦੇ ਨਾਲ ਤੁਸੀਂ ਕੰਮ ਕਰੋਗੇ ਤੇ ਤੁਸੀਂ ਲੌਂਗ ਟਰਮ ਜਿਹੜਾ ਹੈਗਾ ਅੱਛੀ ਸੈਟਿਸਫੈਕਸ਼ਨ ਤੁਹਾਨੂੰ ਮਿਲੇਗੀ। ਧੰਨਵਾਦ ਦੋਸਤੋ, ਅੱਜ ਲਈ ਇੰਨਾ ਹੀ। ਥੈਂਕ ਯੂ ਵੈਰੀ ਮੱਚ।